जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। सतगुरु गुरु नानक देव पिता महाराज समेर पर्बत ते गए, उथे जोगियां दे गुरु गोरख नूं बड़े सारे नाथ सिद्ध जोगी सतगुरु जी नूं मिले, गुरु गोरख भी मिलिया और उन्हां नूं मनना पिया कि साडियां उमरां साडियां रिद्धियां सिद्धियां साडियां करामातां इन्हां सारियां तो गुरु नानक बहुत वड्डे हैं, क्योंकि सानू माप तोल नहीं आउंदा, साडे कोल पैरामीटर नहीं हैगा। कदे जिंदगी विच याद रखना, पैसे वाला बंदा अमीर नहीं हुंदा। उन्होंने पैसे का लालच दिओगे तुहाडे मगर तुर पवेगा। दुनिया का अमीर आदमी संतोखी है, जिन्हों तृष्णा कोई नहीं है, जिन्हों कोई इच्छा नहीं है। मैं एक छोटी जी गल समझी है, शायद उहदे तो मैं बेनती करा आप जी मेरी भावना नूं समझ सको। कई बारी असी सोचते हैं भी हर चीज विकाऊ है, मेरे कोल पैसे ने मैं खरीद लांगा, और इस भुलेखे विच बंदा बड़ियां थावां तो खाली मुड़ आउंदा है। पुछो की होया? कहंदा मैं गया सी पर सामने कोई चीज विकाऊ नहीं सी, हुण तुहाडे पैसे की कीमत 0 हो गई कि तुसी लखां करोड़ां खर्च के भी मुल नहीं खरीद सके। इहदा मतलब तुहाडे लखां करोड़ां की कीमत कख भी नहीं है।
ਇਹਨਾਂ ਜੋਗੀਆਂ ਨੂੰ ਮੰਨਣਾ ਪਿਆ। ਕਈ ਵਾਰੀ ਅਸੀਂ ਕਿਸੇ ਦੀ ਨਿਮਰਤਾ ਨੂੰ ਕਮਜ਼ੋਰੀ ਸਮਝਦੇ ਹਾਂ, ਕਿਸੇ ਮਨੁੱਖ ਦੀ ਦਇਆ ਨੂੰ ਅਸੀਂ ਡਰਪੋਕਤਾ ਸਮਝਦੇ ਹਾਂ, ਕਿਸੇ ਮਨੁੱਖ ਦੇ ਸੰਤੋਖ ਨੂੰ ਅਸੀਂ ਸਨਮਾਨ ਨਹੀਂ ਦਿੰਦੇ। ਅਸੀਂ ਸੋਚਦੇ ਹਾਂ ਵੀ ਸ਼ਾਇਦ ਇਸ ਮਨੁੱਖ ਦਾ ਹੰਕਾਰ ਹੈ। ਨਹੀਂ, ਗੁਰੂ ਨਾਨਕ ਦੇ ਪਿਤਾ ਜੀ ਨੇ ਨਾ ਉਹਨਾਂ ਨੂੰ ਰਿੱਧੀਆਂ ਵਿਖਾਈਆਂ, ਨਾ ਸਿੱਧੀਆਂ, ਨਾ ਕਰਾਮਾਤਾਂ। ਹਾਂ, ਉਹਨਾਂ ਦੀਆਂ ਗੱਲਾਂ ਦਾ ਜਵਾਬ ਜ਼ਰੂਰ ਦਿੱਤਾ ਹੈ। ਫਿਰ ਉਹਨਾਂ ਨੂੰ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇੱਥੋਂ ਸਤਿਗੁਰੂ ਅੱਗੇ ਗਏ ਤੇ ਉੱਥੇ ਪਹੁੰਚੇ ਨੇ ਜਿੱਥੇ ਦੱਤਾਤਰੇ ਇੱਕ ਐਸਾ ਮੁਨੀ ਹੈ, ਜਿਨ ਕੀਨੋ ਸਭ ਜਗ ਸੰਨਿਆਸਾ, ਭਾ ਬ੍ਰਿਕਤ ਬਹੁ ਫਿਰਿਓ ਉਦਾਸਾ। 24 ਗੁਰੂ ਇਹਨੇ ਧਾਰਨ ਕੀਤੇ ਨੇ ਤੇ ਹਰ ਗੁਰੂ ਦੇ ਗਿਆਨ ਵਿੱਚ ਇਹਨੇ ਸਿੱਧੀ ਹਾਸਲ ਕੀਤੀ ਹੈ। ਹਰ ਪ੍ਰਕਾਰ ਦੀ ਇਹਦੇ ਕੋਲ ਸਿੱਧੀ ਸੀ। 24 ਗੁਰੂ ਧਾਰਨ ਕੀਤੇ। ਜਿਹੜੇ ਗੁਰੂ ਤੋਂ ਜਿਹੜਾ ਗਿਆਨ ਮਿਲਿਆ, ਜਿਵੇਂ ਅੱਜ ਕੱਲ ਤੁਸੀਂ ਵੇਖਦੇ ਹੋ ਨਾ ਕਿ ਕਈ ਬੱਚੇ ਐਸੇ ਹੁੰਦੇ ਨੇ, ਉਹਨਾਂ ਨੇ ਬੜੇ ਸਾਰੇ ਸਬਜੈਕਟਾਂ 'ਚ ਮਾਸਟਰ ਕੀਤੀ ਹੁੰਦੀ ਹੈ। ਤੁਸੀਂ ਕੋਈ ਗੱਲ ਪੜ੍ਹਾਈ ਦੀ ਕਰੋ, ਕਹੋਗਾ ਇਹਦੀ ਮਾਸਟਰ ਡਿਗਰੀ ਮੇਰੇ ਕੋਲ ਹੈ, ਭਾਵ ਉਹਦੇ ਅਖੀਰ ਤੱਕ ਉਸ ਨੂੰ ਪੜ੍ਹ ਲੈਣਾ। ਇੱਕ ਅਸੀਂ ਵੀ ਹਾਂ, ਸਾਡੇ ਵੀ ਕਈ ਗੁਰੂ ਨੇ, ਪਰ ਉਹ ਜਿਹੜੇ ਸਾਡੇ ਗੁਰੂ ਨੇ ਉਹ ਸਿਰਫ ਵਰਤਣ ਵਾਲੇ ਨੇ। ਉਹਦੀ ਇੱਕ ਛੋਟੀ ਜਿਹੀ ਉਦਾਹਰਨ, ਜਿਵੇਂ ਗੁਰਦੁਆਰਾ ਹੈ, ਅਸੀਂ ਗੁਰਦੁਆਰੇ ਨੂੰ ਵਰਤਦੇ ਹਾਂ। ਭੁੱਖ ਲੱਗੀ ਤੇ ਲੰਗਰ ਛਕਣ ਲਈ ਆ ਗਏ, ਕੁੜੀ ਮੁੰਡਾ ਵੇਖਣਾ ਤੇ ਤਾਂ ਗੁਰਦੁਆਰੇ ਆ ਗਏ। ਉਦਾਂ ਨਹੀਂ ਆਉਣਾ, ਚਲੋ ਗੁਰਦੁਆਰੇ ਮਿਲ ਲੈਂਦੇ ਆ, ਮੱਥਾ ਟੇਕਣ ਭਾਵੇਂ ਕਦੇ ਆਏ ਨਾ ਹੋਣ, ਕੁੜੀ ਮੁੰਡਾ ਗੁਰਦੁਆਰੇ ਵੇਖਣਾ। ਇਹ ਹੁਣ ਗੁਰਦੁਆਰੇ ਦਾ ਮਿਸਯੂਜ਼ ਨਹੀਂ ਤਾਂ ਹੋਰ ਕੀ ਹੈ। ਕਈ ਤੇ ਮੇਰੇ ਵਰਗੇ ਜੁੱਤੀ ਪਾਲਿਸ਼ ਕਰਾਉਣ ਵੀ ਆ ਜਾਂਦੇ ਨੇ। ਬਾਪੂ ਮਰ ਗਿਆ ਤੇ ਭੋਗ ਪਾਉਣ ਗੁਰਦੁਆਰੇ ਆ ਗਏ, ਬੱਚੇ ਦਾ ਵਿਆਹ ਕਰਨਾ ਸੀ ਲਾਵਾਂ ਲੈਣ ਲਈ ਗੁਰਦੁਆਰੇ ਆ ਗਏ। ਜ਼ਿੰਦਗੀ 'ਚ ਅੱਗੋਂ ਪਿੱਛੋਂ ਕਦੇ ਨਹੀਂ ਆਏ। ਇਸੇ ਕਰਕੇ ਫਿਰ ਉਹਨਾਂ ਨੂੰ ਉਸ ਦਿਨ ਦੀ ਮਰਿਆਦਾ ਵੀ ਨਹੀਂ ਪਤਾ ਹੁੰਦੀ ਕਿ ਅਸੀਂ ਉੱਠਣਾ ਬੈਠਣਾ ਕਿਵੇਂ ਹੈ। ਗੁਰਦੁਆਰੇ ਨੂੰ ਵਰਤਣਾ ਨਹੀਂ ਹੈ, ਗੁਰਦੁਆਰੇ ਨੂੰ ਮੰਨਣਾ ਹੈ। ਜਿਨ੍ਹਾਂ ਨੇ ਗੁਰਦੁਆਰੇ ਨੂੰ ਮੰਨਿਆ ਉਹਨਾਂ ਨੂੰ ਕੋਈ ਭੁੱਖ ਨਹੀਂ ਹੋ ਸਕਦੀ, ਕੋਈ ਕਮੀ, ਕੋਈ ਤੋਟਾ। ਜਿੰਨੀ ਕੁ ਮੈਨੂੰ ਸਮਝ ਆਈ ਕਿ ਗੁਰਦੁਆਰੇ ਤੋਂ ਵੱਡਾ ਦੁਨੀਆ 'ਚ ਮਾਸਟਰ ਕੋਈ ਨਹੀਂ ਹੈ, ਡਾਕਟਰ ਕੋਈ ਨਹੀਂ ਹੈ, ਇਸ ਤੋਂ ਵਧੀਆ ਸਕੂਲ ਕੋਈ ਨਹੀਂ, ਇਸ ਤੋਂ ਵਧੀਆ ਕੋਈ ਹਸਪੀਟਲ ਨਹੀਂ ਹੈ। ਇਦਾਂ ਦੀ ਪੜ੍ਹਾਈ, ਇਦਾਂ ਦਾ ਇਲਾਜ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਜੋ ਇੱਥੇ ਹੋ ਸਕਦਾ ਹੈ। ਪਰ ਕੋਈ ਆਵੇ ਤਾਂ ਸਹੀ ਭਾਈ, ਆਪਾਂ ਯਤਨ ਤਾਂ ਕਰੀਏ। ਦੱਤਾਤਰੇ ਨੇ 24 ਗੁਰੂ ਧਾਰਨ ਕੀਤੇ। ਉਹ ਬਰਕਤ ਵੀ ਹੈ, ਸੰਨਿਆਸੀ ਵੀ ਹੈ, ਉਦਾਸੀ ਵੀ ਹੈ, ਕਿਉਂਕਿ ਹਰ ਚੀਜ਼ ਦਾ ਘਰ ਬੜੀ ਦੂਰ ਹੈ। ਹੁਣ ਜਿਵੇਂ ਆਪਾਂ ਕਹਿ ਦਈਏ ਜੀ ਮੈਂ ਤੇ ਗ੍ਰਸਤੀ ਹਾਂ, ਗ੍ਰਸਤੀ ਦਾ ਘਰ ਤੇ ਬੜੀ ਦੂਰ ਹੈ। ਗ੍ਰਸਤੀ ਦਾ ਘਰ ਦਾ ਮਤਲਬ ਇਹ ਨਹੀਂ ਹੈ ਕਿ ਦੋ ਤੁਸੀਂ, ਦੋ ਤੁਹਾਡੇ ਬੱਚੇ, ਦੋ ਘਰ, ਦੋ ਪਲਾਟ, ਦੋ ਫਲੈਟ, ਦੋ ਕਾਰਾਂ, ਦੋ ਗੱਡੀਆਂ, ਦੋ ਫੈਕਟਰੀਆਂ, ਦੋ ਦੁਕਾਨਾਂ। ਇਹ ਨਹੀਂ ਹੈ। ਗ੍ਰਸਤੀ ਦਾ ਇਸ ਤੋਂ ਅੱਗੇ ਵੀ ਇੱਕ ਧਰਮ ਹੈ। ਗ੍ਰਸਤੀ ਦਾਤੇ ਨੂੰ ਕਹਿੰਦੇ ਨੇ। ਇਹ ਗੱਲ ਮੈਂ ਆਪਣੀ ਨਾਨੀ ਜੀ ਤੋਂ ਸਿੱਖੀ ਹੈ। ਉਹ ਆਪਣੀਆਂ ਨੂੰਹਾਂ ਕੋਲ ਨਹੀਂ ਸੀ ਜਾਂਦੀ। 90 ਸਾਲ ਦੀ ਮਾਤਾ ਕੱਲੀ ਬੈਠੀ ਹੈ। ਕਈ ਵਾਰੀ ਮੰਗਣ ਵਾਲੇ ਰੋਟੀ ਵੀ ਖਾ ਜਾਂਦੇ ਸੀ, ਭਾਂਡੇ ਵੀ ਲੈ ਜਾਂਦੇ ਸੀ। ਜਿਸ ਬਾਟੀ 'ਚ ਦਾਲ ਪਾ ਕੇ ਦੇਣੀ, ਬੁੱਢੜੀ ਮਾਈ ਨੂੰ ਕੀ ਪਤਾ ਲੱਗਣਾ।
ਉਹਨੇ ਰੋਟੀ ਖਾ ਲੈਣੀ, ਬਾਟੀ ਕੱਛ 'ਚ ਦੇਣੀ, ਚਲ ਜਾਣਾ। ਤੇ ਜੇ ਕਹਿਣਾ ਵੀ ਮਾਤਾ ਜੀ ਤੁਸੀਂ ਆਪਣੀਆਂ ਨੋਹਾਂ ਕੋਲ ਚਲੇ ਜਾਓ, ਤੇ ਇੱਕੋ ਹੀ ਗੱਲ ਕਹਿਣੀ, ਕਿਉਂਕਿ ਮੈਂ ਉਹਨਾਂ ਕੋਲ ਰਿਹਾ, ਮੈਂ ਉਹਨਾਂ ਕੋਲ ਪੜ੍ਹਿਆ, ਇੱਕੋ ਹੀ ਗੱਲ ਕਹਿਣੀ ਧੀਏ ਮੈਂ ਬੈਠੀ ਹੋਵਾਂ, ਘਰ ਕੋਈ ਰੋਟੀ ਮੰਗਣ ਆ ਜਾਏ ਤੇ ਜੇ ਕੁੜੀਆਂ ਉਹਨੂੰ ਮੋੜ ਦੇਣ, ਫਿਰ ਮੈਂ ਤੇ ਬੈਠੀ ਮਰ ਗਈ ਨਾ। ਤੁਸੀਂ ਸੋਚ ਸਕਦੇ ਕਿੱਡੇ ਵੱਡੇ ਅਰਥ ਨੇ। ਅਸੀਂ ਤਾਂ ਗੁਰਦੁਆਰੇ 'ਚ ਕਹਿ ਦਿੰਦੇ ਵੀ ਲੰਗਰ 12 ਵਜੇ ਖੁੱਲੇਗਾ ਜੀ। ਹੁਣ ਬੰਦਾ 11:45 ਆ ਗਿਆ, ਉਹਨੂੰ ਵੇਟ ਕਰਨੀ ਪੈਗੀ। ਜਿਹੜਾ 10 ਵਜੇ ਆ ਗਿਆ ਉਹ ਤਾਂ ਟੰਗਦਾ 2 ਘੰਟੇ ਸੂਲੀ ਤੇ। ਅਸੀਂ ਲੰਗਰ ਦੀ ਮਰਿਆਦਾ ਇਹ ਹੈ ਕਿ ਠੀਕ ਹੈ ਜਿਹੜੀਆਂ 2-4 ਸਬਜ਼ੀਆਂ ਉਹ 12 ਵਜੇ ਸ਼ੁਰੂ ਹੋਣਗੀਆਂ, ਕੋਈ ਖਿਚੜੀ, ਕੋਈ ਥੋੜੀ ਬਹੁਤੀ, ਕੋਈ ਰੁੱਖੀ ਮਿੱਸੀ, ਭਾਈ ਆਓ ਬੈਠੋ, ਜੋ ਹੈਗਾ ਛਕ ਲਓ। ਤੇ ਜੇ ਤੁਸੀਂ ਬਰਾਬਰ ਜੋ ਦਾਲ ਭਾਜੀ ਬਣ ਰਹੀ ਅੱਜ, ਉਹ ਫਿਰ ਅਜੇ ਥੋੜਾ ਟਾਈਮ ਲੱਗੇਗਾ, ਵੀ ਉਹਨੂੰ ਕੁਛ ਨਾ ਕੁਛ ਤਾਂ ਦਿਓ। ਲੰਗਰ ਦਾ ਅਰਥ ਇਹ ਨਹੀਂ ਹੈ ਵੀ ਕਿਸੇ ਵੇਲੇ ਦੇ ਦਿਓ, ਕਿਸੇ ਵੇਲੇ ਮੋੜ ਦਿਓ, ਨਹੀਂ, ਤੁਸੀਂ ਉਹਨੂੰ ਖਾਲੀ ਨਹੀਂ ਮੋੜ ਸਕਦੇ। ਇਹ ਗੱਲ ਤੁਸੀਂ ਹੁਣ ਲੰਗਰ ਹਾਲ ਖੁੱਲੇਗਾ ਨਾ ਬੰਗਲਾ ਸਾਹਿਬ, ਨੋਟ ਕਰਿਓ ਜੀ। ਇਹ ਠੀਕ ਹੈ 2-3 ਸਬਜ਼ੀਆਂ ਤੁਹਾਨੂੰ ਨਹੀਂ ਮਿਲਣਗੀਆਂ, ਪਰ ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਲੰਗਰ 'ਚ ਗਏ ਭੁੱਖੇ ਵਾਪਸ ਆ ਜਾਓ। ਕੋਈ ਖਿਚੜੀ, ਕੋਈ ਚੌਲ, ਕੋਈ ਰਾਜਮਾ, ਕੋਈ ਛੋਲੇ, ਕੋਈ ਦਾਲ, ਕੁਝ ਨਾ ਕੁਝ ਤੁਹਾਨੂੰ ਉਹ ਕਹਿਣਗੇ ਜੀ ਆਹ ਤਿਆਰ ਹੈ ਛਕੋ, ਬਾਕੀ ਹੁਣ ਬਣ ਰਿਹਾ ਹੈ, ਉਹ ਥੋੜੀ ਦੇਰ ਤੱਕ ਖੁੱਲ ਜਾਏਗਾ। ਗ੍ਰਸਤੀ ਦਾ ਧਰਮ ਬਹੁਤ ਉੱਚਾ ਹੈ। ਗ੍ਰਸਤੀ ਮੰਗਤੇ ਨੂੰ ਨਹੀਂ ਕਹਿੰਦੇ, ਦਾਤੇ ਨੂੰ ਕਹਿੰਦੇ ਨੇ। ਇਸ ਕਰਕੇ ਬਰਕਤ ਅਖਵਾ ਲੈਣਾ ਹੋਰ ਗੱਲ ਹੈ, ਸੰਨਿਆਸੀ ਅਖਵਾ ਲੈਣਾ ਹੋਰ ਗੱਲ ਹੈ, ਉਦਾਸੀ ਅਖਵਾ ਲੈਣਾ ਹੋਰ ਗੱਲ ਹੈ। ਆ ਜਿੰਨੇ, ਜਿਵੇਂ ਕਿਸੇ ਨੇ ਕਿਹਾ ਜੀ ਮੈਂ ਮੋਨੀ ਆ, ਤੂੰ ਮੋਨੀ ਹੈ ਨਾ, ਤੇ ਕਾਪੀ ਪੈਨ ਕਿਉਂ ਚੁੱਕੀ ਫਿਰਦਾ? ਤੁਸੀਂ ਕੋਈ ਮੋਨੀ ਮੈਨੂੰ ਐਸਾ ਦੱਸਿਓ ਜਿਹਦੇ ਕੋਲੇ ਕਾਪੀ ਪੈਨ ਨਾ ਹੋਵੇ, ਵੀ ਆਪਣੀਆਂ ਡਿਮਾਂਡ ਤੂੰ ਕਾਪੀ ਤੇ ਲਿਖ ਲਿਖ ਕੇ ਦੇ ਰਿਹਾ, ਤੇ ਮੋਨੀ ਕਿੱਥੋਂ ਹੋਇਆ ਤੂੰ? ਰੱਬ ਨੇ ਤੈਨੂੰ ਗਿੱਠ ਲੰਮੀ ਜ਼ਬਾਨ ਬੋਲਣ ਲਈ ਦਿੱਤੀ ਸੀ, ਤੈਨੂੰ ਕਾਪੀ ਪੈਨ ਚੁੱਕਣ ਦੀ ਕੀ ਲੋੜ ਸੀ? ਜਿਵੇਂ ਕਈ ਮੇਰੇ ਵਰਗੇ ਉਹ ਮਤਲਬ 5 ਕਿਲੋ ਦਾ ਸਿਰ ਹਿਲਾ ਦੇਣਗੇ, ਪਰ ਇੱਕ ਛੋਟੀ ਜੀ ਜ਼ਬਾਨ ਰੱਬ ਨੇ ਦਿੱਤੀ, ਉਹਦੇ ਨਾਲ ਹਾਂ ਜਾਂ ਨਾ ਨਹੀਂ ਕਹਿਣੀ। ਮਤਲਬ 5 ਕਿਲੋ ਦਾ ਸਿਰ ਘੁੰਮ ਜੇ ਤੇ ਕੋਈ ਗੱਲ ਨਹੀਂ। ਮੋਨੀ ਦਾ ਅਰਥ ਹੈ, ਤੇ ਜੇ ਮੋਨੀ ਹੈ ਤੇ ਫਿਰ ਭਾਈ ਤੂੰ ਮੌਨ ਧਾਰਨ ਕਰ, ਨਾ ਬੋਲ, ਮਰਤ ਨਹੀਂ ਚੱਲਿਆ ਤੂੰ, ਤੇ ਜੇ ਮਾਰੀ ਜਾਏਗਾ ਤੇ ਫਿਰ ਬੋਲ ਵੀ ਪੈ। ਇਸੇ ਤਰ੍ਹਾਂ ਦੇ ਤੁਹਾਨੂੰ ਸੰਨਿਆਸੀ ਮਿਲਣਗੇ। ਵੀ ਕਿੰਨੇ ਤੈਨੂੰ ਕਿਹਾ ਸੰਨਿਆਸ ਲੈਣ ਲਈ? ਉਹ ਜੋਗੀਆਂ ਵਾਲੀ ਗੱਲ ਹੋ ਗਈ ਨਾ, ਵੀ ਚੰਗਾ ਭਲਾ ਘਰ ਛੱਡ ਕੇ ਜੋਗੀ ਹੋ ਗਏ ਤੇ ਗ੍ਰਸਤੀਆਂ ਦੇ ਘਰ ਵਿੱਚ ਰੋਟੀਆਂ ਮੰਗਣ ਚਲੇ ਗਏ। ਇਸੇ ਕਰਕੇ ਮੇਰੇ ਸਤਿਗੁਰੂ ਨੇ ਜੋਗੀਆਂ ਦਾ ਆਪਣੇ ਧਰਮ ਦੇ ਵਿੱਚ ਮਤ ਪ੍ਰਵਾਨ ਨਹੀਂ ਕੀਤਾ। ਕਹਿਣ ਲੱਗੇ ਤੇ ਟੋਟਲੀ ਗਲਤ ਹੈ। ਗ੍ਰਸਤੀਆਂ ਦਾ ਧਰਮ ਛੱਡ ਕੇ ਗ੍ਰਸਤੀਆਂ ਦੇ ਘਰੋਂ ਰੋਟੀਆਂ ਮੰਗ ਕੇ ਖਾਣੀਆਂ, ਇਸ ਤੋਂ ਵੱਡੀ ਗਲਤੀ ਹੋਰ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਗਲਤੀ ਹੋਰ ਕੋਈ ਨਹੀਂ ਹੈ। ਇਸ ਕਰਕੇ ਜਦੋਂ ਸਤਿਗੁਰੂ ਇੱਥੇ ਗਏ, ਬਿਨਸਤ ਚਤੁਰ ਗੁਰੂ ਜਿਨ ਕੀਨੇ, ਏਕੰਕਾਰ ਰੰਗ ਮੈਂ ਭੀਨੇ, ਤ੍ਰਿਣ ਸਮ ਤੀਨ ਲੋਕ ਸੁਖ ਤਿਆਗਾ, ਸਦਾ ਬ੍ਰਹਮ ਸੁਖ ਸੋ ਅਨੁਰਾਗਾ। ਕਹਿੰਦੇ ਇਸ ਦੱਤਾਤਰੇ ਨੇ ਦੁਨੀਆ ਦੇ ਸੁੱਖ ਇਵੇਂ ਛੱਡ ਦਿੱਤੇ ਜਿਵੇਂ ਤੁਸੀਂ ਆਪਣੇ ਹੱਥ ਵਿੱਚੋਂ ਘਾਹ ਦਾ ਤੀਲਾ ਛੱਡ ਦਿਓ, ਕਿਉਂਕਿ ਘਾਹ ਦੇ ਤੀਲੇ ਦਾ ਵੇਟ ਵੀ ਕੋਈ ਨਹੀਂ। ਜੇ ਕਹੀਏ ਵੀ ਹੱਥ 'ਚ ਭਾਰਾ ਸੀਗਾ, ਤੇ ਜੇ ਉਹਨੂੰ ਹੱਥ ਤੇ ਰੱਖ ਕੇ ਵੇਖੀਏ ਤਾਂ ਉਹਦੀ ਕੀਮਤ ਵੀ ਕੋਈ ਨਹੀਂ। ਇਸ ਕਰਕੇ ਛੱਡੇ ਦਾ ਤੁਹਾਨੂੰ ਦੁੱਖ ਵੀ ਨਹੀਂ ਹੋਏਗਾ। ਅਗਲੀ ਗੱਲ, ਸਦਾ ਬ੍ਰਹਮ ਸਿਉ ਅਨੁਰਾਗਾ, ਹਮੇਸ਼ਾ ਪਰਮਾਤਮਾ ਦੇ ਪਿਆਰ ਵਿੱਚ ਭਿੱਜਿਆ ਹੋਇਆ ਇਹ ਸਾਧੂ ਹੈ। ਹਾਂਜੀ, ਪਰਮ ਤਤ ਬੇਦਾ ਰਸ ਲੀਨਾ, ਮਹਾਮੁਨੀ ਉਰ ਆਨੰਦ ਬਾਡੇ, ਮਹਾਮੁਨੀ ਗੁਣ ਗੁਣੈ ਪ੍ਰਬੀਨਾ। ਇਹ ਪਰਮ ਤਤ ਬੇਤਾ ਸੀ। ਤਤ ਬੇਤਾ, ਹਰ ਚੀਜ਼ ਦਾ ਸਾਰ ਅੰਸ਼ ਇਹਦੇ ਕੋਲ ਹੈ।
ਸਾਡੇ ਕੋਲ ਤੇ ਗਿਆਨ ਨਹੀਂ, ਇਹਦੇ ਕੋਲ ਗਿਆਨ ਦਾ ਵੀ ਨਿਚੋੜ ਸੀ। ਵੇਖੋ ਹਰ ਚੀਜ਼ ਜਿਹੜੀ ਹੈ ਨਾ, ਹਰ ਚੀਜ਼ ਦਾ ਇੱਕ ਗਿਆਨ ਹੈ। ਗਿਆਨ ਦੇ ਅੱਗੇ ਉਹਦਾ ਕੋਈ ਨਾ ਕੋਈ ਜਾ ਕੇ ਤੁਹਾਨੂੰ ਉਹਦਾ ਮੋਰਲ, ਕੋਈ ਨਤੀਜਾ, ਕੋਈ ਨਿਚੋੜ, ਕੋਈ ਤਾਤਪਰਜ ਹੋਏਗਾ। ਇਹਦੇ ਕੋਲ ਉਹ ਵੀ ਸੀਗਾ। ਇਹ ਆਤਮ ਗਿਆਨੀ ਸੀ, ਪਰਮ ਤੱਤ ਬੇਤਾ ਸੀ। ਇਹਨੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਰਸ ਮਾਣਿਆ ਸੀ। ਸਭ ਤੋਂ ਉੱਤਮ ਰਸ ਜਿਹੜਾ ਹੈ ਉਹ ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਹੁਣ ਰਸ ਕਿੰਨੇ ਨੇ? ਰਸ ਸੋਏ ਨਾ। ਤੁਸੀਂ ਵੇਖ ਲਓ, ਲੋਕ ਕੰਨ ਪੜਵਾਉਂਦੇ ਨੇ, ਨੱਕ ਪੜਵਾਉਂਦੇ ਨੇ, ਕਈ ਤੇ ਮੇਰੇ ਵਰਗੇ ਸੋਨੇ ਪਿੱਛੇ ਸਿਰ ਵੀ ਪੜਵਾ ਲੈਂਦੇ ਨੇ, ਵੀ ਪਾਉਣਾ ਜ਼ਰੂਰ ਹੈ। ਕਈਆਂ ਨੇ ਗੁੱਟ ਕਟਵਾ ਲਏ, ਅਗਲੇ ਨੇ ਕੜਾ ਮੰਗਿਆ ਨਹੀਂ ਦਿੱਤਾ, ਅਗਲੇ ਨੇ ਬਾਂਹ ਵੱਡੀ ਲੈ ਕੇ ਕੱਢ ਕੇ। ਕਈਆਂ ਨੇ ਆਪਣੀਆਂ ਧੌਣਾਂ ਛਲਾ ਲੀਆਂ, ਭੈਣਾਂ ਨੇ, ਉਹ ਆ ਗਏ ਜਿਹੜੇ ਉਹ ਚੈਨੀ ਖਿੱਚਣ ਵਾਲੇ ਹੁੰਦੇ ਨੇ। ਕਈਆਂ ਦੇ ਕੰਨ ਪਾੜ ਕੇ ਉਹ ਵਾਲੀ ਖਿੱਚ ਕੇ ਲੈ ਗਏ। ਪਰ ਲੋਕਾਂ ਨੇ ਸੋਨਾ ਪਾਉਣਾ ਤਾਂ ਨਹੀਂ ਛੱਡਿਆ। ਇਹ ਰਸ ਹੈ। ਰਸ ਸੋਇਨਾ, ਰਸ ਰੂਪਾ ਕਾਮਣ। ਚਾਂਦੀ ਵੀ ਰਸ ਹੈ, ਕਾਮਣ ਦਾ ਵੀ ਇੱਕ ਰਸ ਹੈ। ਰਸ ਪਰਮਲ ਕੀ ਵਾਸ। ਆ ਜਿਹੜੀਆਂ ਸੁਗੰਧੀਆਂ ਪਰਫਿਊਮ ਹੈ, ਦੇਖੋ ਅਸੀਂ ਜਾ ਕੇ 100-200 ਦਾ ਲੈ ਆਈਏ, ਕੋਈ ਗੱਲ ਨਹੀਂ। ਕਦੇ ਤੁਸੀਂ ਇਸ ਦੁਨੀਆ ਵਿੱਚ ਜਾਓਗੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਲੱਖਾਂ ਲੱਖਾਂ ਰੁਪਈਆਂ ਦੇ ਵੀ ਪਰਫਿਊਮ ਹੈਗੇ ਨੇ। ਮਤਲਬ ਕਈ ਵਾਰੀ ਦਿਮਾਗ ਘੁੰਮਣ ਤੱਕ ਜਾਂਦਾ ਵੀ ਹੈ ਕੀ ਹੈ। ਇੱਕ ਬੰਦਾ ਮੈਨੂੰ ਪਰਸ ਵਿਖਾ ਰਿਹਾ ਸੀ, ਕਹਿੰਦਾ ਜੀ 90,000 ਦਾ ਮੇਰੇ ਬੇਟੇ ਦਾ ਪਰਸ ਹੈ। 2-2.5 ਲੱਖ ਦਾ ਪਰਸ ਬੀਬੀਆਂ ਚੁੱਕੀ ਫਿਰਦੀਆਂ ਨੇ। ਇਹ ਕੀ ਹੈ? ਰਸ ਹੈ, ਹੋਰ ਕੀ ਹੈ? ਰਸ ਪਰਮਲ ਕੀ ਵਾਸ। ਰਸ ਘੋੜੇ, ਰਸ ਸੇਜਾ ਮੰਦਰ, ਬੈੱਡ, ਉਹਦੀਆਂ ਵਿਛਾਈਆਂ, ਘੋੜੇ, ਅੱਜ ਇਹਨਾਂ ਨੂੰ ਆਪਾਂ ਗੱਡੀਆਂ ਕਹਿ ਸਕਦੇ ਹਾਂ। 5-5, 7-7 ਕਰੋੜ ਦੀ ਲੋਕ ਗੱਡੀ ਲਈ ਫਿਰਦੇ ਨੇ। ਇੱਕ ਰਸ ਹੈ, ਇਹ ਜ਼ਰੂਰਤ ਨਹੀਂ ਹੈ। ਜ਼ਰੂਰਤ ਹੈ 3 ਵੀਲਰ ਤੇ ਬਹਿ ਕੇ ਵੀ ਪੂਰੀ ਹੋ ਜਾਂਦੀ ਹੈ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੀ ਹੈ ਨਾ। ਉਹ ਤੇ 800 ਕਾਰ ਨਾਲ ਵੀ ਹੋ ਜਾਏਗੀ। ਪਰ ਰਸ ਜਿਹੜਾ ਹੈ ਉਹਦੀ ਕੋਈ ਸੀਮਾ ਹੀ ਨਹੀਂ ਹੈ। ਰਸ ਮਿੱਠਾ, ਰਸ ਮਾਸ, ਜਿੰਨੀਆਂ ਸਵੀਡਿਸ਼ ਨੇ ਇਹ ਵੀ ਇੱਕ ਰਸ ਹੈ। ਆ ਜਿੰਨਾ ਆਮਕ ਹੈ, ਮਾਸ ਹੈ, ਮੀਟ ਜਿਹਨੂੰ ਕਹਿੰਦੇ ਆ, ਇਹ ਵੀ ਇੱਕ ਰਸ ਹੈ। ਸਤਿਗੁਰੂ ਕਹਿੰਦੇ ਇੱਥੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪਰ ਜਿਸ ਵਿਅਕਤੀ ਨੂੰ ਨਾਮ ਦਾ ਰਸ ਆਉਂਦਾ ਹੈ, ਜਿਹ ਰਸ ਬਿਸਰ ਗਏ ਰਸ ਔਰ, ਇਹ ਜਿਹੜਾ ਦੱਤਾਤਰੇ ਹੈ ਇਹ ਉਸ ਰਸ ਦਾ ਵੀ ਅਧਿਕਾਰੀ ਹੈ। ਮਹਾਮੁਨੀ ਗੁਣ ਗੁਣੇ ਪ੍ਰਬੀਨਾ। ਵੱਡਾ ਮੁਨੀ ਹੈ, ਬੋਲਦਾ ਹੀ ਨਹੀਂ ਹੈ। ਇਹ ਨਹੀਂ ਕਿ ਕਾਪੀ ਤੇ ਲਿਖ ਕੇ ਗੱਲ ਕਰਦਾ, ਬੋਲਦਾ ਹੀ ਨਹੀਂ। ਅਗਰ ਨਹੀਂ ਮਤਲਬ ਨਹੀਂ ਤੂੰ ਬੋਲਣਾ ਚਾਹੁੰਦਾ, ਤੂੰ ਕਹਿੰਦਾ ਮੈਂ ਨਹੀਂ ਬੋਲਦਾ ਜੀ। ਮੋਨੀ ਦਾ ਭਾਵ ਹੁੰਦਾ ਨਾ ਬੋਲਣਾ। ਵੀ ਪਹਿਲੀ ਗੱਲ ਤੇ ਤੈਨੂੰ ਕਿਹਾ ਕਿੰਨੇ ਵੀ ਤੂੰ ਮੌਨ ਧਾਰਨ ਕਰ, ਤੇ ਜੇ ਤੂੰ ਫੈਸਲਾ ਕਰ ਹੀ ਲਿਆ ਤੇ ਫਿਰ ਇਸ ਨੂੰ ਨਿਭਾ। ਫਿਰ ਆਪਣੇ ਜਿਹੜੇ ਤੇਰੇ ਪ੍ਰਣ ਨੇ ਇਹਨੂੰ ਪ੍ਰਾਣਾ ਲਓ ਨਿਭਾਉਣਾ ਚਾਹੀਦਾ ਹੈ ਸਵਾਸਾਂ ਤੱਕ। ਜੇ ਤੁਸੀਂ ਕੋਈ ਕਮਿਟਮੈਂਟ ਕਰ ਲਈ ਹੈ ਤੇ ਨਿਭਾਓ ਉਹਨੂੰ। ਫਿਰ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਇਨੇ ਪੁੱਛ ਲਏ ਸੀ। ਪਤਾ ਲੱਗਾ ਨਾ ਵੀ ਹਿੰਦ ਦਾ ਗੁਰੂ ਹੈ, ਕਹਿਣ ਲੱਗਾ ਇਹਦੇ ਨਾਮ ਦੇ ਵੀ ਕੋਈ ਅਰਥ ਹੋਣਗੇ। ਘੱਟੋ ਘੱਟ ਤੁਸੀਂ ਆਪਣੇ ਨਾਂ ਦੇ ਨਾਲ ਤੇ ਇਨਸਾਫ ਕਰੋ ਨਾ। ਕਿ ਤੁਹਾਡਾ ਨਾਮ ਤੇ ਠੀਕ ਪੂਰਾ ਹੋਣਾ ਚਾਹੀਦਾ। ਜੋ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਨਾਂ ਉਸ ਗੱਲ ਦੀ ਮੁੜ ਕੇ ਪੂਰਤੀ ਕਰਦਾ। ਇਹ ਗੁਣੇ ਪ੍ਰਬੀਨਾ, ਗੁਣਾਂ ਦੇ ਵਿੱਚ ਪ੍ਰਬੀਨ ਸੀ। ਜਿੰਨੇ ਸ਼ੁਭ ਗੁਣ ਕਹੋ
ਦੱਤਾਤਰੇ ਦੇ ਵਿੱਚ ਸਾਰੇ ਪ੍ਰਾਪਤ ਨੇ। ਹਾਂਜੀ। ਤਿਹ ਕੇ ਨਿਕਟ ਜਾਤ ਭੇ ਠਾਂਡੇ, ਸੋ ਪੌੜਿਓ ਗੁਰ ਆਨੰਦ ਬਾਡੇ। ਮੇਰੀ ਬੇਨਤੀ ਹੈ ਕਿ ਪਤਾ ਨਹੀਂ ਪਿੱਛੇ ਘਰ ਦੇ ਬੱਚੇ ਖੜਾ ਰਹੇ ਨੇ ਕਿ ਬੱਚੇ ਖੇਡ ਰਹੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜਿਹੜੀ ਲਾਗੇ ਸੰਗਤ ਬੈਠੀ ਹੁੰਦੀ ਉਹਦਾ ਵੀ ਹੱਕ ਬਣਦਾ ਹੈ। ਉਹ ਵੀ ਕਹਿ ਸਕਦੇ ਨੇ ਭੈਣ ਜੀ ਆਪਣੇ ਬੱਚੇ ਸੰਭਾਲ ਲਓ, ਪਰ ਅਸੀਂ ਸਾਰੇ ਕੀ ਕਹਿੰਦੇ ਆ, ਨਹੀਂ ਐਵੇਂ ਕੋਈ ਗੁੱਸਾ ਕਰੇਗਾ। ਤੇ ਤੁਸੀਂ ਇਹ ਨਾ ਗੱਲ ਕਹਿ ਕੇ ਤੁਸੀਂ ਕੀ ਸੋਚਦੇ ਵੀ ਤੁਹਾਡਾ ਕਿ ਕਰੰਸੀ ਦੇ ਉੱਤੇ ਨਾ ਛਪ ਚੱਲਿਆ। ਕਈ ਵੀ ਨਿੱਕੀ ਨਿੱਕੀਆਂ ਗੱਲਾਂ 'ਚੋਂ ਅਸੀਂ ਆਪਣਾ ਨਾਂ ਲੱਭਣ ਦੀ ਕੋਸ਼ਿਸ਼ ਕਰਦੇ ਵੀ ਮੈਂ ਨਹੀਂ ਬੋਲਾਂਗਾ। ਨਹੀਂ, ਸਾਨੂੰ ਰੋਕਣਾ ਚਾਹੀਦਾ ਕਿਉਂਕਿ ਟਾਈਮ ਸਾਡਾ ਵੀ ਵੇਸਟ ਹੋ ਰਿਹਾ ਹੈ। ਅਗਰ ਤੁਹਾਨੂੰ ਇਹ ਕਥਾ ਨਹੀਂ ਸੁਣ ਰਹੀ, ਬੱਚੇ ਰੌਲਾ ਪਾ ਰਹੇ ਨੇ, ਤੇ ਤੁਹਾਡਾ ਵੀ ਟਾਈਮ ਵੇਸਟ ਹੋ ਰਿਹਾ ਹੈ। ਇਹ ਬੱਚੇ, ਮਾਪਿਓ ਦੀ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਸੰਭਾਲੇ, ਬੱਚਿਆਂ ਨੂੰ ਨਾਲ ਲੈ ਕੇ। ਜੇ ਬੱਚਿਆਂ ਖੇਡਣਾ ਹੀ ਹੈ ਤੇ ਫਿਰ ਭਾਈ ਬਾਹਰ ਸਰੋਵਰ ਤੇ ਚਲੇ ਜਾਓ, ਵੱਡੇ ਵੱਡੇ ਬਰਾਂਡੇ ਨੇ, ਖੜਾ ਹੋ ਖੇਡੋ। ਦਰਬਾਰ ਦੀ ਮਰਿਆਦਾ ਨੂੰ ਆਪਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ। ਹਾਂਜੀ। ਤਿਹ ਕੇ ਨਿਕਟ ਜਾਤ ਭੇ ਠਾਂਡੇ, ਸੋ ਪੌੜਿਓ ਗੁਰ ਆਨੰਦ ਬਾਡੇ। ਸਤਿਗੁਰੂ ਗੁਰੂ ਨਾਨਕ ਸਾਹਿਬ ਉਹਦੇ ਕੋਲ ਚਲੇ ਗਏ ਤੇ ਉਹ ਅਜੇ ਵੀ ਸੁੱਤਾ ਨਹੀਂ ਉੱਠਿਆ, ਸੁੱਤਾ ਪਿਆ। ਪੌੜਿਆ, ਪੌੜਨ ਤੋਂ ਅਰਥ ਹੁੰਦਾ ਲੇਟੇ ਹੋਣਾ। ਜਿਵੇਂ ਆਪਾਂ ਕਹਿੰਦੇ ਨਾ ਵੀ ਲੇਟਿਆ ਹੋਇਆ ਜੀ ਆਦਮੀ, ਸੁੱਤਾ ਪਿਆ ਜੀ, ਲੰਮਾ ਪਿਆ ਹੈ ਜੀ। ਇਹ ਲਿਟਰੇਰੀ ਇੱਕ ਵਰਡ ਹੈ, ਸ਼ਬਦ ਹੈ। ਪੌੜਨਾ, ਸੁੱਤੇ ਹੋਣਾ। ਉਹ ਅਜੇ ਵੀ ਸੁੱਤਾ ਪਿਆ ਹੈ। ਹਾਂਜੀ। ਲੋਚਨ ਮੁੰਦਰਤ ਤੂਸ਼ਨ ਠਾਨੀ, ਅੰਤਰ ਰਸ ਕੋ ਰਸਕ ਗਿਆਨੀ। ਇਹ ਆਨੰਦ ਦੇ ਵਿੱਚ ਭਰਿਆ ਹੋਇਆ ਸੀ, ਸੁੱਤਾ ਪਿਆ ਵੀ ਆਨੰਦ ਵਿੱਚ ਹੈ। ਤੇ ਸਾਡੀ ਹਾਲਤ ਕੀ ਹੈ? 100 ਉਲਾਮੇ ਦਿਨੇ ਕੇ, ਰਾਤੀ ਮਿਲਣ ਸਹੰਸ। ਨਾ ਅਸੀਂ ਦਿਨੇ ਚੱਜ ਦਾ ਕੰਮ ਕਰਦੇ ਤੇ ਨਾ ਚੱਜ ਦਾ ਸੁਪਨਾ ਸਾਨੂੰ ਰਾਤ ਨੂੰ ਹੀ ਆਉਂਦਾ ਹੈ। ਸਾਡੀ ਹਾਲਤ ਜਿਹੜੀ ਹੈ, ਸਾਡੀ ਹਾਲਤ ਰਾਤ ਦੀ ਵੀ ਇਹੀ ਹੈ। ਦਿਨੇ ਚੰਗਾ ਕੰਮ ਕੀਤਾ ਕੋਈ ਨਹੀਂ, ਰਾਤ ਨੂੰ ਚੰਗਾ ਸੁਪਨਾ ਆਉਂਦਾ ਕੋਈ ਨਹੀਂ। ਸਤਿਗੁਰੂ ਦੀ ਬਾਣੀ 'ਚ ਇੱਕ ਸ਼ਬਦ ਆਉਂਦਾ ਹੈ, ਸੋਏ ਅਚਿੰਤਾ ਜਾਗ ਅਚਿੰਤਾ। ਦੱਤਾਤਰੇ ਉਸ ਅਵਸਥਾ ਦਾ ਅਧਿਕਾਰੀ ਹੈ। ਉਹ ਸੁੱਤਾ ਤੇ ਸੁੱਤਾ ਵੀ ਆਨੰਦ ਵਿੱਚ ਹੈ। ਉਹਨੂੰ ਸਾਡੇ ਵਰਗੇ ਭੈੜੇ ਸੁਪਨੇ ਨਹੀਂ ਆਉਂਦੇ। ਤੁਸੀਂ ਸ਼ਾਇਦ ਨਾ ਇਸ ਗੱਲ ਨਾਲ ਸਹਿਮਤ ਹੋਵੋ, ਪਰ ਕੀ ਤੁਹਾਡੀ ਮੇਰੀ ਜ਼ਿੰਦਗੀ 'ਚ ਕਦੇ ਨਹੀਂ ਹੋਇਆ ਵੀ ਅਸੀਂ ਸੁੱਤੇ ਸੁੱਤੇ ਡਰ ਕੇ ਉੱਠ ਗਏ ਹੋਈਏ? ਤੇ ਚੰਗੇ ਸੁਪਨੇ ਤੋਂ ਕਿਵੇਂ ਰਾਤ ਨੂੰ ਡਰ ਗਏ ਜੀ? ਅਸੀਂ ਸੁੱਤੇ ਪਏ ਹਾਂ, ਸੁੱਤੇ ਸੁੱਤਿਆਂ ਨੇ ਇੰਨਾ ਭੈੜਾ ਸੁਪਨਾ ਵੇਖਿਆ ਹੈ ਕਿ ਅਸੀਂ ਉੱਠ ਕੇ ਬਹਿ ਗਏ ਹਾਂ। ਔਰ ਸਾਨੂੰ ਇਹ ਗੱਲ ਸਮਝਣ ਤੇ ਸਮਾਂ ਲੱਗਿਆ ਕਿ ਨਹੀਂ, ਮੈਂ ਠੀਕ ਠਾਕ ਆ, ਮੇਰੇ ਨਾਲ ਕੁਝ ਨਹੀਂ ਹੋਇਆ। ਤੇ ਮੁੜ ਕੇ ਨੀਂਦ ਨਹੀਂ ਆਈ। ਸਾਨੂੰ ਸੁਪਨੇ ਵੀ ਇਦਾਂ ਦੇ ਆਉਂਦੇ ਨੇ। ਪਰ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਇਸ ਅਵਸਥਾ ਦਾ ਦੱਤਾਤਰੇ ਅਧਿਕਾਰੀ ਹੈ। ਹਾਂਜੀ। ਤਿਹ ਬਿਲੋਕ ਬੋਲਿਓ ਮਰਦਾਨਾ, ਹੇ ਪ੍ਰਭ ਪੌੜਾ ਕੌਣ ਮਹਾਨਾ। ਭਾਈ ਮਰਦਾਨਾ ਜੀ ਨੇ ਪੁੱਛਿਆ, ਬਾਬਾ ਇਹ ਕੌਣ ਹੈ? ਇਹਨੂੰ ਤੁਹਾਡੇ ਆਇਆਂ ਦਾ ਵੀ ਕੋਈ ਖਬਰ ਨਹੀਂ, ਕੋਈ ਫਿਕਰ ਨਹੀਂ। ਗੁਰੂ ਨਾਨਕ ਸਾਹਿਬ ਨੇ ਸਮੇਰ ਪਰਬਤ ਤੇ ਜਾਣਾ ਸੀ ਅਜੇ, ਤੇ ਸਿੱਧ ਜਿਹੜੇ ਸੀ ਉਹਨਾਂ ਨੂੰ ਅਫੜਾ ਦਫੜੀ ਪਈ ਹੋਈ ਸੀ ਵੀ ਜੇ ਇੱਥੇ ਤੱਪਾ ਨਾਨਕ ਆ ਗਿਆ ਤੇ ਪਤਾ ਨਹੀਂ ਕੀ ਹੋਏਗਾ। ਪਰ ਦੱਤਾਤਰੇ ਨੂੰ ਫਿਕਰ ਹੀ ਕੋਈ ਨਹੀਂ। ਭਾਈ ਮਰਦਾਨੇ ਨੇ ਪੁੱਛਿਆ, ਬਾਬਾ ਇਹ ਕੌਣ ਹੈ? ਤਿਹ ਬਲੋਕ ਬੋਲਿਓ ਮਰਦਾਨਾ, ਹੇ ਪ੍ਰਭ ਪੌੜਾ ਕੌਣ ਮਹਾਨਾ। ਕੀ ਇਹ ਕੋਈ ਮਹਾਨ ਆਦਮੀ ਹੈ ਕਿ ਇਹਨੇ ਤੁਹਾਡੀ ਪਰਵਾਹ ਵੀ ਨਹੀਂ ਕੀਤੀ? ਹਾਂਜੀ। ਵੱਡ ਉਨਮਤ ਦੇਹ ਜਿਹ ਭਾਰੀ, ਭਰਿਓ ਅਡੋਲ ਮਸ਼ਟ ਮੁਖ ਤਾਰੀ। ਸਤਿਗੁਰੂ ਕਹਿਣ ਲੱਗੇ, ਹਾਂ ਇਹ ਵੱਡ ਉਨਮਤ ਹੈ, ਇਹ ਮਸਤ ਹੈ, ਵੱਡੇ ਸਰੀਰ ਵਾਲਾ, ਅਡੋਲ ਪਿਆ ਹੈ। ਮਰਦਾਨਿਆ
ਇਹਨੇ ਚੁੱਪ ਧਾਰਨ ਕੀਤੀ ਹੋਈ ਹੈ। ਜੇ ਚੁੱਪ ਧਾਰਨ ਕਰਨੀ ਤੇ ਇਹਦਾ ਅਰਥ ਹੈ ਫਿਰ ਤੁਸੀਂ ਆਪਣੇ ਮਨ ਵਿੱਚ ਜ਼ਹਿਰ ਵੀ ਨਹੀਂ ਉਗਲਣਾ। ਕਈ ਵਾਰੀ ਨਾ ਅਸੀਂ ਚੁੱਪ ਕਰ ਜਾਂਦੇ ਆ, ਪਰ ਅੰਦਰ ਕੁੜ 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 ਅੰਦਰ ਅਸੀਂ ਕਿੰਨਾ ਜ਼ਹਿਰ ਉਗਲਦੇ ਆ। ਇਸੇ ਕਰਕੇ ਲੋਕਾਂ ਨੇ ਇੱਕ ਬੜਾ ਵਧੀਆ ਰਿਜ਼ਲਟ ਕੱਢਿਆ। ਉਹ ਕਹਿੰਦੇ ਜਿਹੜਾ ਬਹੁਤਾ ਬੜਬੋਲਾ ਬੰਦਾ ਹੋਵੇ ਉਹਦੇ ਮਨ 'ਚ ਕੁਝ ਨਹੀਂ ਹੁੰਦਾ। ਤੇ ਜਿਹੜਾ ਆਦਮੀ ਘੁੰਨਾ ਹੋਵੇ, ਚੁੱਪ ਹੋਵੇ, ਕਹਿੰਦੇ ਉਹ ਜ਼ਹਿਰੀਲਾ ਬੜਾ ਹੁੰਦਾ ਹੈ। ਹੁਣ ਇਹਦੀ ਪਰਖ ਵੀ ਕਰ ਲੈਣਾ। ਇਹ ਤੁਹਾਨੂੰ ਕਿਤਾਬਾਂ 'ਚੋਂ ਗਿਆਨ ਨਹੀਂ ਜੇ ਮਿਲੇਗਾ, ਇਹ ਤੁਹਾਨੂੰ ਆਪਣੀ ਜ਼ਿੰਦਗੀ 'ਚ ਇੱਕ ਐਕਸਪੀਰੀਅੰਸ ਮਿਲੇਗਾ। ਬਿਲਕੁਲ ਸੱਚ ਹੋਏਗੀ। ਜਿਹੜੇ ਬੰਦੇ ਨੇ ਤੁਹਾਡੇ ਮੂੰਹ ਤੇ ਕੁਝ ਕਹਿਤਾ, ਸਮਝ ਲੈਣਾ ਵੀ ਉਹਨੇ ਹੁਣ ਅੰਦਰ ਕੁਝ ਨਹੀਂ ਰੱਖਿਆ। ਤੇ ਜਿਹੜਾ ਬੰਦਾ ਚੁੱਪ ਕਰਕੇ ਚਲਾ ਗਿਆ, ਹੁਣ ਪਤਾ ਨਹੀਂ ਉਹ ਅੰਦਰ ਆਪਣੇ ਕਿੰਨੇ ਕੁ ਰੱਸੇ ਵਟੇਗਾ, ਪਤਾ ਨਹੀਂ ਹੁਣ ਆਪਣੇ ਢਿੱਡ 'ਚ ਕਿੰਨੀਆਂ ਕੁ ਗੰਢਾਂ ਬੰਨੇਗਾ, ਪਤਾ ਨਹੀਂ ਉਹ ਤੁਹਾਡੇ ਪ੍ਰਤੀ ਮਨ 'ਚ ਕਿੰਨੀਆਂ ਕੁ ਸਕੀਮਾਂ, ਕਿੰਨੀਆਂ ਕੁ ਘਾੜਤਾਂ ਘੜੇਗਾ ਵੀ ਹੁਣ ਇਹਦਾ ਮੈਂ ਜਵਾਬ ਦੇਣਾ ਕਿਵੇਂ ਹੈ। ਜੇ ਚੁੱਪ ਹੋ ਤਾਂ ਫਿਰ ਚੁੱਪ ਦਾ ਅਰਥ ਇਹ ਹੈ ਕਿ ਮਸਤ ਹੋ ਜਾਣਾ, ਮਸਤਾਨਿਆਂ ਵਾਂਗ। ਪਰ ਇਹ ਤਾਂ ਹੋ ਸਕਦਾ ਹੈ ਜੇ ਤੁਸੀਂ ਮਾਣ ਅਪਮਾਨ ਤੋਂ ਉੱਚੇ ਉੱਠ ਜਾਓ ਤਾਂ, ਜੇ ਤੁਸੀਂ ਇੱਜ਼ਤ ਬੇਇੱਜ਼ਤੀ ਦੇ ਪਾਠ ਚੋਂ ਬਾਹਰ ਨਿਕਲ ਜਾਓ ਤਾਂ। ਪਰ ਅਸੀਂ ਤੇ ਗੁਰਦੁਆਰੇ ਦੇ ਵਿੱਚ ਵੀ ਬਹੁਤ ਕੁਝ ਚਾਹੁੰਦੇ। ਅਸੀਂ ਇੱਕ ਪਾਠ ਹੈ कि अब हम चली ठाकुर पे हार, जब हम शरण प्रभु की आई, राख प्रभु भावे मार। कोई इच्छा नहीं है, कोई किसी वखरे ट्रीटमेंट की लोड़ नहीं है। तुहानूं बड़े लोग कैसे मिलणगे ਜਿਹੜੇ ਕਦੇ ਆਪਣੇ ਆਪ ਨੂੰ ਜਨਾਉਂਦੇ नहीं, ਆਪਣੇ ਆਪ ਨੂੰ ਜਿਤਾਉਂਦੇ नहीं। शायद परसों रात की गल, एक फिल्म स्टार वो आ गया राती मेरे ख्याल 10:30 10:15। हुण जिहड़े लोग फिल्मी दुनिया नाल जुड़े ने वो मगर मगर, तो मैं उत्थे बाहर सी दूर, वो जांदा जांदा मेरे कोल भी खलो गया। हुण उहनूं किसी ने सवाल किया तो पता उसका जवाब की सी? उसका जवाब सी कि मैं आता रहता हूं। हुण इत्थे किन्ने क लोग आउंदे ने आपां नूं नहीं पता। मैं एक दिन पहला भी आप जी नूं बेनती की थी भी केरला का गवर्नर आया, चलो फैमिली लैके आया तो पता लग गया। वो मेरे कमरे च बैठा, मैं चाह चू पियाई उन्होंने, कहता जी मैनूं बहुत अच्छा लगता है गुरुद्वारे, इत्थों बुलंद शहर का रहने वाला है, गवर्नर केरला का है, अज भी है। मैं कहा जी फिर आ जाया करो, तुहानूं चंगा लगता है। तुसीं यकीन करना, मैनूं कहंदा जी स्टेज के मगर वो जगह जिहड़ी है ना, कहंदा मैं आता हूँ और वहां बैठता हूँ, कहंदा मैं अकेला आता हूँ और वहां बैठता हूँ। दसो हुण एक गवर्नर आदमी है, नहीं लाम लश्कर लैके आएगा तो किनूं पता है कौन गवर्नर है। उन्हें मैंने जगह दसी, कहता जी उत्थे बैठदा मैं, आ स्टेज दे पिछे जो संगत लंघ रही है उदों भी पिछे, कहता जी मेरे परमानेंट जगह ये है, उत्थे बैठदा मैं। हुण कौन कौन गुरुद्वारे आके झोलियां भर के लैके जांदा, आपां नूं की पता है। आपां ते जनाउण तो ही नहीं बच पाए। ये जिहड़ा दत्तात्रेय है, वड उन मत देहे जे भारी, परेओ अडोल मस्ट मुख धारी। अडोल पे है मरदानिया, इन्हें चुप धारण की हुई है, ये बोलता ही नहीं। भाई वीर सिंह ने लिखा है, चुप वे अड़िया, चुप वे अड़िया, बोलन दी नहीं जा वे अड़िया। हाँ जी। इस बुलाए कहे बोल सुनीजै, बहुरो अपनो ज्ञान पनीजै। इस बुलाए के बोल सुनीजै। भाई मरदाना कहता बाबा बुलाओ इनू, फिर भी कोई ऐसा तरीका भी ये महात्मा उठे
ਹੁਣ ਉੱਠੇ ਤੇ ਕੁਝ ਬੋਲੇ ਤੇ ਆਪਾਂ ਸੁਣੀਏ, ਕਿਉਂਕਿ ਜਿੰਨਾ ਚਿਰ ਤੁਸੀਂ ਕੁਝ ਬੋਲਦੇ ਨਹੀਂ, ਸਤਿਗੁਰੂ ਦੀ ਬਾਣੀ ਇੱਕ ਗੱਲ ਸਾਨੂੰ ਕਹਿੰਦੀ ਹੈ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਇਹਦਾ ਅਰਥ ਇਹ ਨਹੀਂ ਕਿ ਕਿਸੇ ਦੇ ਚੁੱਪ ਹੋਣ ਦਾ ਕੋਈ ਇਤਰਾਜ਼ ਹੈ, ਨਹੀਂ, ਰਹਿ ਸਕਦੇ ਚੁੱਪ ਤੇ ਰਹੋ, ਪਰ ਜੇ ਮਨ ਵਿੱਚ ਤੁਸੀਂ ਕੁੜਨਾ ਹੈ ਤੇ ਫਿਰ ਬੋਲ ਲੈਣਾ ਚੰਗਾ ਹੈ। ਵੈਸੇ ਜਿਹੜੀ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਹਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਣਾ ਚਾਹੀਦਾ ਹੈ। ਆਪਸ ਵਿੱਚ ਗੱਲਾਂ ਦਾ ਲੈਣ ਦੇਣ ਜਿਹੜਾ ਹੈ, ਕਿਸੇ ਨਾਲ ਗੱਲ ਕਰੋਗੇ ਕਿਉਂਕਿ ਦੂਸਰ ਹੋਏ ਤਾਂ ਸੋਝੀ ਪਾਏ। ਮੈਂ ਤੁਹਾਨੂੰ ਪੁੱਛਾਂਗਾ, ਮੈਨੂੰ ਸਮਝ ਆਏਗੀ ਤੁਸੀਂ ਕੌਣ ਹੋ, ਤੁਸੀਂ ਮੈਨੂੰ ਪੁੱਛੋਗੇ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਕੌਣ ਹਾਂ। ਹੁਣ ਮੈਂ ਤੁਹਾਨੂੰ ਨਹੀਂ ਦੱਸਾਂਗਾ, ਤੁਸੀਂ ਮੈਨੂੰ ਨਹੀਂ ਦੱਸੋਗੇ, ਤਾਂ ਆਪਾਂ ਦੋਵੇਂ ਇੱਕ ਅਜਨਬੀ ਬਣ ਕੇ ਰਹਿ ਜਾਵਾਂਗੇ ਇੱਕ ਦੂਜੇ ਵਾਸਤੇ, ਕਿ ਕੀ ਪਤਾ ਇਹ ਕੌਣ ਹੈ ਤੇ ਕੀ ਪਤਾ ਉਹ ਕੌਣ ਹੈ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਇਹਨਾਂ ਨੂੰ ਉਠਾਓ, ਇਹਨਾਂ ਨੂੰ ਬੁਲਾਓ, ਆਪਾਂ ਕੁਝ ਸੁਣੀਏ ਤੇ ਸਹੀ ਇਹਨਾਂ ਕੋਲੋਂ। ਹਾਂਜੀ। ਸ਼੍ਰੀ ਗੁਰੂ ਕਹੈ ਸੁਣੋ ਮਰਦਾਨਾ, ਇਹ ਹੈ ਦੱਤਾਤ੍ਰੇय ਹੈ ਮਹਾਨਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿਣ ਲੱਗੇ, ਮਰਦਾਨਿਆ ਇਹਦਾ ਨਾਂ ਦੱਤਾਤ੍ਰੇय ਹੈ। ਹਾਂਜੀ। ਜਗ ਮਹਿ ਭਇਓ ਵੱਡੋ ਅਵਤੂਤਾ, ਸਦਾ ਸਥਿਰ ਜਹ ਕੀ ਮਤ ਪੂਤਾ। ਇਹ ਜਗ ਵਿੱਚ ਵੱਡਾ ਅਵਤੂਤ ਹੋਇਆ, ਤਿਆਗੀ, ਬਿਹੰਗਮ, ਸੰਨਿਆਸੀ, ਮੁਨੀ। ਮੈਂ ਤਾਂ ਖੁਦ ਬੇਨਤੀ ਕਰਦਾ, ਕਈ ਵਿਅਕਤੀ ਤੁਹਾਨੂੰ ਮਿਲਣਗੇ, ਅਸੀਂ ਜੀ ਕੱਚ ਦੇ ਗਲਾਸ 'ਚ ਚਾਹ ਨਹੀਂ ਪੀਂਦੇ, ਕੋਈ ਗੱਲ ਨਹੀਂ। ਅਸੀਂ ਜੀ ਕਿਸੇ ਦੇ ਹੱਥੋਂ ਰੋਟੀ ਨਹੀਂ ਖਾਂਦੇ, ਬਹੁਤ ਅੱਛੀ ਗੱਲ ਹੈ, ਆਪਣੀ ਪਕਾ ਕੇ ਖਾਓ, ਪਰ ਇਹ ਤੇ ਨਾ ਹੋਵੇ ਕਿਤੇ ਚੋਰੀ ਛੱਪੇ ਤੁਸੀਂ ਜਾ ਕੇ ਮੁੜ ਕੇ ਰੇਹੜੀ ਤੇ ਗੋਲ ਗੱਪੇ ਖਾਓ, ਫਿਰ ਤੇ ਦੁੱਖ ਹੋਏਗਾ ਨਾ ਵੇਖ ਕੇ। ਹਾਂ, ਜੇ ਤੁਸੀਂ ਤੁਹਾਡਾ ਨੇਮ ਹੈ, ਹੁਣ ਕਈ ਵਿਅਕਤੀ ਤੁਹਾਨੂੰ ਮਿਲਣਗੇ, ਉਹ ਕਹਿੰਦੇ ਜੀ ਅਸੀਂ ਸਰਬਲੋਚ ਖਾਂਦੇ ਆ। ਸਰਬਲੋਚ ਖਾਣਾ ਬਹੁਤ ਅੱਛੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈ। ਕੋਈ ਵੀ ਨੇਮ ਤੁਸੀਂ ਆਪਣੀ ਜ਼ਿੰਦਗੀ 'ਚ ਬਣਾਓ, ਉਸ ਨੇਮ ਦੀ ਦੁਨੀਆ ਰਿਸਪੈਕਟ ਕਰੇਗੀ, ਪਰ ਉਸ ਨੇਮ ਦੇ ਵਿੱਚ ਭੇਖ ਨਹੀਂ ਹੋਣਾ ਚਾਹੀਦਾ, ਵਿਖਾਵਾ ਨਹੀਂ ਹੋਣਾ ਚਾਹੀਦਾ। ਤੁਸੀਂ ਜੋ ਕਹਿੰਦੇ ਹੋ ਉਹ ਅਸਲੀਅਤ ਹੋਣੀ ਚਾਹੀਦੀ ਹੈ, ਫਿਰ ਠੀਕ ਹੈ, ਫਿਰ ਕੀ ਹੈ। ਪਰ ਜੇ ਆਪਾਂ ਚਾਰ ਬੰਦਿਆਂ 'ਚ ਜਾ ਕੇ ਹੋਰ ਡਰਾਮਾ ਜਿਹਾ ਕਰੀਏ ਤੇ ਇਕੱਲੇ ਬਹਿ ਕੇ ਅਸੀਂ ਕੁਝ ਹੋਰ ਡਰਾਮਾ ਕਰੀਏ, ਨਹੀਂ, ਇਹ ਐਸਾ ਨਹੀਂ ਹੈ ਕਿ ਰਹਿਤ ਅਵਰ ਕਛ ਅਵਰ ਅਵਰ ਕਮਾਵਤ, ਮਾਨਣੀ ਪ੍ਰੀਤ ਮੁਖੋਂ ਗੰਢ ਲਾਵਤ, ਉਹ ਠੀਕ ਨਹੀਂ ਹੈ। ਕਹਿਣਾ ਕੁਝ ਹੋਰ, ਕਰਨਾ ਕੁਝ ਹੋਰ, ਇਹਨੂੰ ਸਤਿਗੁਰਾਂ ਨੇ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਕਹਿੰਦੇ, ਮਰਦਾਨਿਆ ਇਹ ਵੱਡਾ ਅਵਧੂਤ ਹੈ, ਸਦਾ ਸਥਿਰ ਜੇ ਕੀ ਮਤ ਪੂਤਾ, ਇਹ ਹਰ ਵਕਤ ਸਥਿਰ ਰਹਿੰਦਾ ਹੈ, ਇਹਦੀ ਮਤ ਬੜੀ ਪਵਿੱਤਰ ਹੈ। ਇਹਨੇ ਆਪਣੀ ਮਨ ਨੂੰ ਪਵਿੱਤਰ ਕਰ ਲਿਆ, ਇਹ ਡੋਲਦਾ ਹੈ ਹੀ ਨਹੀਂ, ਇਹ ਇਧਰ ਉਧਰ ਭਟਕਦਾ ਹੀ ਨਹੀਂ, ਇਹ ਕਿਤੇ ਜਾਂਦਾ ਹੀ ਨਹੀਂ, ਇਸੇ ਤਰ੍ਹਾਂ ਹੀ ਪਹਾੜ ਦੇ ਉੱਤੇ ਲੇਟਿਆ ਰਹਿੰਦਾ ਹੈ। ਹਾਂਜੀ। ਸਦਾ ਬਦੇਹੀ ਰਹਿਤ ਅਡੋਲਾ, ਪਾਇਓ ਆਤਮ ਆਨੰਦ ਅਤੁਲਾ। ਇਹ ਹਮੇਸ਼ਾ ਸਰੀਰ ਵਿੱਚ ਹੁੰਦਾ ਵੀ ਸਰੀਰ ਤੋਂ ਬਾਹਰ ਹੈ, ਬਦੇਹ ਹੈ, ਅਡੋਲ ਹੈ, ਇਹਨੇ ਆਤਮ ਆਨੰਦ ਪਾਇਆ ਹੋਇਆ ਹੈ, ਔਰ ਕਿੱਡੇ ਵੱਡੇ ਆਤਮਕ ਆਨੰਦ ਦਾ ਅਧਿਕਾਰੀ ਹੈ। ਕਹਿੰਦੇ ਇਸ ਨੂੰ ਤੋਲ ਕੇ ਨਹੀਂ ਦੱਸਿਆ ਜਾ ਸਕਦਾ, ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਸ਼੍ਰੀ ਅੰਗਦ ਜੀ ਸੁਣੋ ਕਹਾਣੀ, ਮੈਂ ਬਿਲੋਕ ਪੁਣ ਬੋਲਿਓ ਬਾਣੀ। ਹੇ ਗੁਰੂ ਅੰਗਦ ਸਾਹਿਬ ਮਹਾਰਾਜ ਸੁਣੋ, ਕਹਿੰਦੇ ਮੈਂ ਫਿਰ ਬੇਨਤੀ ਕੀਤੀ। ਹਾਂਜੀ। ਸ਼੍ਰੀ ਗੁਰ ਹਮਨ ਸੁਣਿਓ ਸੋ ਨਾਮਾ, ਦੱਤਾਤ੍ਰੇय ਭਾ ਜਗ ਅਬਰਾਮਾ। ਆਖਿਆ ਮਹਾਰਾਜ ਸੁਣਿਆ ਤੇ ਹੈ, ਜਿਹੜਾ ਨਾਂ ਤੁਸੀਂ ਦੱਸਿਆ ਇਹ ਨਾਂ ਸੁਣਿਆ ਤੇ ਹੈ ਕਿ ਦੁਨੀਆ ਦੇ ਵਿੱਚ ਇਹ ਬੜੇ ਸੁੰਦਰ ਜੀਵਨ ਵਾਲਾ ਇੱਕ ਤਪਸਵੀ ਹੋਇਆ, ਇੱਕ ਅਵਧੂਤ ਹੋਇਆ, ਇੱਕ ਸੰਨਿਆਸੀ ਹੋਇਆ, ਇੱਕ ਉਦਾਸੀ ਹੋਇਆ, ਕਿਉਂਕਿ ਸਾਰੇ ਗੁਣ ਸੀ।
ਉਹਨੇ 24 ਗੁਰੂ ਧਾਰੇ ਸੀ ਤੇ 24 ਗੁਰੂ ਧਾਰਨ ਕਰਕੇ ਉਹਨੇ 24 ਗੁਰੂਆਂ ਦਾ ਗਿਆਨ ਲੈ ਕੇ ਉਹਦੀ ਪ੍ਰਾਪਤੀ ਕਰ ਲਈ। ਹੁਣ ਕਈ ਬੰਦੇ ਤੁਹਾਨੂੰ ਮਿਲਣਗੇ, ਉਹਨਾਂ ਦੀ ਕਈ ਲੈਂਗੁਏਜ ਦੇ ਉੱਪਰ ਪੂਰੀ ਪਕੜ ਹੈ। ਪੰਜਾਬੀ ਬੁਲਾਓਗੇ ਠੇਠ ਪੰਜਾਬੀ ਬੋਲ ਲੈਣਗੇ, ਅੰਗਰੇਜ਼ੀ ਬੁਲਾਓਗੇ ਅੰਗਰੇਜ਼ੀ ਪੂਰੀ ਬੋਲ ਲੈਣਗੇ, ਹਿੰਦੀ ਬੁਲਾਓਗੇ ਹਿੰਦੀ ਵੀ ਬੋਲ ਲੈਣਗੇ। ਫਿਰ ਤੁਸੀਂ ਉਹਨਾਂ ਨੂੰ ਕੋਈ ਹੋਰ ਭਾਸ਼ਾ ਦੱਸੋ, ਕੋਈ ਅਰਬੀ ਫਾਰਸੀ, ਸਾਰੀਆਂ ਭਾਸ਼ਾ ਉਹਨਾਂ ਨੂੰ ਆਉਂਦੀਆਂ ਹੁੰਦੀਆਂ ਨੇ। ਜਿਹੜੇ ਵਿਅਕਤੀ ਇੰਟਰਪ੍ਰੇਟਰ ਦੀਆਂ ਜੌਬ ਕਰਦੇ ਨੇ, ਪਤਾ ਉਹਨਾਂ ਦੀ ਘੰਟਿਆਂ ਦੀ ਲੱਖਾਂ ਰੁਪਈਆ ਫੀਸ ਹੈ। ਜਦੋਂ ਮੈਂ ਸਪੇਨ 'ਚ ਗਿਆ ਸੀ ਨਾ, ਉਦੋਂ ਸਪੇਨ ਦੇ ਰਾਜੇ ਨੇ ਤੇ ਸਾਊਦੀ ਅਰੇਬੀਆ ਦੇ ਰਾਜੇ ਨੇ ਇੰਟਰਫੇਥ ਕਾਨਫਰੰਸ ਬੁਲਾਈ ਸੀ ਤੇ ਉਹਨਾਂ ਨੇ ਸਾਨੂੰ ਹੈੱਡਫੋਨ ਦੇ ਦਿੱਤੇ, ਨਾਲ ਉਹਨਾਂ ਨੇ ਇੱਕ ਨਿੱਕਾ ਜਿਹਾ ਰਿਮੋਟ ਦੇ ਦਿੱਤਾ। ਰਿਮੋਟ ਕੀ ਸੀ? ਰੇਡੀਓ ਟਾਈਪ ਸੀ ਉਹ। ਔਰ ਸਾਡੇ ਪਿੱਛੇ ਉੱਥੇ ਕਈ ਹਜ਼ਾਰ ਬੰਦਾ ਹੋਏਗਾ, ਬੜੇ ਵੱਡੇ ਹੋਟਲ ਦੇ ਵਿੱਚ ਉਹਨਾਂ ਨੇ ਇਸ ਨੂੰ ਮੈਨੇਜ ਕੀਤਾ ਸੀ। ਤੇ ਪਿਛਲੇ ਪਾਸੇ 80 ਕੈਬਨ ਸਨ। ਤੇ ਮੈਂ ਪੁੱਛਿਆ ਵੀ ਇਹ ਕੀ ਹੈ? ਕਹਿੰਦੇ 80 ਇੰਟਰਪ੍ਰੇਟਰ ਬੈਠੇ ਨੇ। ਜਦੋਂ ਕੋਈ ਵਿਅਕਤੀ ਕਿਸੇ ਵੀ ਮੁਲਕ ਦਾ ਕੋਈ ਧਾਰਮਿਕ ਆਗੂ ਕਿਸੇ ਵੀ ਭਾਸ਼ਾ ਵਿੱਚ ਬੋਲੇਗਾ, ਉਹਨੂੰ 80 ਭਾਸ਼ਾਵਾਂ ਵਿੱਚ ਟਰਾਂਸਲੇਟ ਕੀਤਾ ਜਾਏਗਾ। ਹੁਣ ਜਿਵੇਂ ਇਥੋਂ ਸ਼ੰਕਰਾਚਾਰੀਆ ਗਿਆ ਸੀ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਗਏ ਸੀ, ਹੁਣ ਉਹ ਪੰਜਾਬੀ 'ਚ ਬੋਲੇ। ਹੁਣ ਪੰਜਾਬੀ ਉਹਨਾਂ ਬੋਲੀ ਤੇ ਮੈਨੂੰ ਤਾਂ ਸਮਝ ਆ ਗਈ, ਪਰ ਉਹਦੀ ਕਿਸੇ ਨੇ ਅੰਗਰੇਜ਼ੀ ਬਣਾਈ, ਕਿਸੇ ਨੇ ਅਰਬੀ ਬਣਾਈ, ਕਿਸੇ ਨੇ ਫਾਰਸੀ ਬਣਾਈ। 80 ਲੈਂਗੁਏਜ ਦੇ ਵਿੱਚ ਨਾਲ ਦੀ ਨਾਲ ਉੱਥੇ ਇੰਟਰਪ੍ਰੇਟਰ ਬੈਠੇ ਨੇ, ਉਹਨੂੰ ਟਰਾਂਸਲੇਟ ਕਰ ਰਹੇ ਨੇ। ਇੱਕ ਹੁੰਦਾ ਵੀ ਤੁਸੀਂ ਦੇ ਦਿਓ ਜੀ, ਆਪਾਂ ਸਾਰੀ ਰਾਤ ਬਹਿ ਕੇ ਤੇ ਉਹਦੀ ਟਰਾਂਸਲੇਸ਼ਨ ਕਰ ਦਿਆਂਗੇ ਜੀ। ਇਹੋ ਜਿਹੇ ਬੰਦੇ ਨੂੰ 100-200 ਰੁਪਇਆ ਫੀਸ ਮਿਲਦੀ ਹੈ। ਪਰ ਤੁਸੀਂ ਬੋਲੋਗੇ ਔਰ ਤੁਹਾਡੇ ਨਾਲ ਬਰਾਬਰ ਬੈਠ ਕੇ, ਜਿਵੇਂ ਵੱਡੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਦੋਂ ਆਪਸ ਵਿੱਚ ਮੀਟਿੰਗਾਂ ਕਰਦੇ ਨੇ, ਸਾਰਿਆਂ ਨੂੰ ਸਾਰਿਆਂ ਦੀਆਂ ਭਾਸ਼ਾ ਨਹੀਂ ਆਉਂਦੀਆਂ ਹੁੰਦੀਆਂ। ਅਗਰ ਇੰਗਲਿਸ਼ ਦੋਵਾਂ ਨੂੰ ਆਉਂਦੀ ਤੇ ਲੋੜ ਕੋਈ ਨਹੀਂ, ਪਰ ਜੇ ਲੋੜ ਪੈ ਜਾਏ ਦੋ ਭਾਸ਼ੀਏ ਦੀ, ਤੇ ਉਹਨਾਂ ਆਦਮੀਆਂ ਦੀ ਲੱਖਾਂ ਰੁਪਈਆ ਫੀਸ ਹੁੰਦੀ ਹੈ। ਔਰ ਉਹ ਨਾਲ ਦੀ ਨਾਲ, ਕਿਉਂਕਿ ਬੜੇ ਸਾਰੇ ਜਿਹੜੇ ਸ਼ਬਦ ਹੁੰਦੇ ਨੇ ਨਾ, ਉਹਨਾਂ ਦੀ ਕਈ ਵਾਰੀ ਅਸੀਂ ਰੂਹ ਸਾੜ ਦਿੰਦੇ ਹਾਂ। ਜਦੋਂ ਸ਼ੁਰੂ 'ਚ ਗੂਗਲ ਸ਼ੁਰੂ ਹੋਇਆ ਨਾ, ਤਾਂ ਕਿਸੇ ਮੇਰੇ ਵਰਗੇ ਤੱਤੇ ਕਾਲੇ ਨੇ ਫਟਾਫਟ ਗੁਰੂਆਂ ਦਾ ਜੀਵਨ ਚੜਾਤਾ। ਤਾਂ ਇੱਕ ਪੜ੍ਹਨ ਵਾਲੇ ਨੇ ਕੰਪਲੇਂਟ ਕੀਤੀ, ਉਹਨੇ ਲਿਖ ਦਿੱਤਾ ਕਿ ਜਿਹੜੇ ਗੁਰੂ ਅਮਰਦਾਸ ਸੀ ਉਹ ਪੂਰ ਸਰਵੈਂਟ ਸੀ। ਹੁਣ ਜਿਹਨੇ, ਮੇਰੇ ਸਾਹਮਣੇ ਦੀ ਗੱਲ ਹੈ, ਜਹੇਦਾਰ ਸਾਹਿਬ ਨੂੰ ਕੰਪਲੇਂਟ ਕੀਤੀ, ਉਹ ਕਹਿੰਦਾ ਜੀ ਉਹ ਲਿਖ ਰਿਹਾ ਹੈ ਕਿ ਗੁਰੂ ਅਮਰਦਾਸ ਪੂਰ ਸਰਵੈਂਟ ਸਨ। ਉਹ ਕਹਿੰਦਾ ਜੀ ਜਿਹੜੇ ਪੂਰ ਲੋਕ ਹੁੰਦੇ ਨੇ ਉਹ ਸਰਵੈਂਟ ਹੀ ਹੁੰਦੇ ਨੇ, ਔਰ ਰਾਜੇ ਥੋੜਾ ਹੁੰਦੇ ਨੇ। ਇਹ 'ਚ ਕੀ ਗਲਤ ਲਿਖਿਆ ਕਿ ਜੇ ਗੁਰੂ ਅਮਰਦਾਸ ਪੂਰ ਸਨ ਤੇ ਵੇ ਸਰਵੈਂਟ ਹੀ ਹੋਣਗੇ? ਗਰੀਬ ਆਦਮੀ ਨੌਕਰ ਹੀ ਹੁੰਦਾ, ਮਾਲਕ ਤਾਂ ਹੁੰਦਾ ਨਹੀਂ। ਹੁਣ ਕਹਿਣਾ ਕੀ ਚਾਹੀਦਾ ਸੀ? ਕਹਿਣਾ ਇਹ ਚਾਹੀਦਾ ਸੀ ਕਿ ਗੁਰੂ ਅਮਰਦਾਸ ਇੱਕ ਨਿਰਮਾਣ ਸੇਵਕ ਸਨ। ਹੁਣ ਦੱਸੋ ਕਿੱਥੇ ਪੂਰ, ਕਿੱਥੇ ਨਿਰਮਾਣ? ਵੀ ਨਿਮਰਤਾ ਦੀ ਹੱਦ ਸੀ ਉਹਨਾਂ ਦੀ ਸੇਵਾ ਵਿੱਚ। ਹੁਣ ਉਹਦੇ ਅਰਥ ਕਿੱਧਰ ਗਏ ਤੇ ਪੂਰ ਦੇ ਅਰਥ ਕਿੱਧਰ ਗਏ? ਟਰਾਂਸਲੇਸ਼ਨ ਕਰ ਦੇਣੀ ਹੋਰ ਚੀਜ਼ ਹੈ, ਪਰ ਉਹਦੀ ਵਿੱਚੋਂ ਰੂਹ ਹੀ ਸਾੜ ਦੇਣੀ ਗੱਲ ਦੀ, ਇਹ ਉਹਦੇ ਅਰਥ ਹੋਰ ਹੁੰਦੇ ਨੇ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਦੱਸਿਆ, ਕਹਿਣ ਲੱਗੇ ਮਹਾਰਾਜ ਦੱਤਾਤਰੇय ਦਾ ਨਾਂ ਤੇ ਸੁਣਿਆ, ਪਰ ਇਹ ਪਹਿਲੀ ਵਾਰੀ ਅੱਜ ਵੇਖਿਆ, ਦਰਸ਼ਨ ਪਹਿਲੀ ਵਾਰੀ ਕੀਤੇ ਨੇ। ਸੁਣਿਆ ਸੀ ਕਿ ਉਹ ਬੜੇ ਸੁੰਦਰ ਜੀਵਨ ਵਾਲਾ ਹੈ, ਉਹ ਅਵਧੂਤ ਵੀ ਹੈ, ਉਹ ਸੰਨਿਆਸੀ ਵੀ ਹੈ, ਉਹ ਵਿਹੰਗਮ ਵੀ ਹੈ, ਉਹ ਜੰਗਮ ਵੀ ਹੈ। ਨਹੀਂ ਤਾਂ ਬਹੁਤੇ ਵਿਅਕਤੀ ਤੁਹਾਨੂੰ ਆਪਣੇ ਕਰਮ ਦੇ ਵਿੱਚ ਤੁਹਾਨੂੰ ਇਨਸਾਫ ਕਰਦੇ ਲੋਕ ਨਹੀਂ ਮਿਲਣਗੇ।
ਲੱਗੇ ਹੋਏ ਨੇ, ਪੈਸੇ ਦੀ ਦੌੜ ਵਿੱਚ ਲੱਗੇ ਨੇ, ਪ੍ਰਾਪਰਟੀ ਦੀ ਦੌੜ ਵਿੱਚ ਲੱਗੇ ਹੋਏ ਨੇ, ਮਾਰਕੀਟਿੰਗ ਦੀ ਦੌੜ ਵਿੱਚ ਲੱਗੇ ਹੋਏ ਨੇ। ਤੇ ਜੇ ਪੁੱਛੋ ਹੈ ਕੌਣ ਹੈ, ਤੇ ਕਹਿੰਦੇ ਜੀ ਜੋਗੀ। ਅਗਰ ਮੈਂ ਨਾਂ ਲਵਾਂ ਤੇ ਪਤਾ ਨਹੀਂ ਸ਼ਾਇਦ ਕੋਈ ਗੁੱਸਾ ਹੀ ਨਾ ਕਰ ਜੇ, ਅਜੇ ਜੋਗੀ ਹੈ ਉਹ। ਮਤਲਬ ਕਈ ਹਜ਼ਾਰ ਕਰੋੜ ਦੀ ਟਰਨਓਵਰ ਹੈ, ਅਜੇ ਜੋਗੀ ਹੈ। ਮੈਂ ਕਹਿੰਦਾ ਜੇ ਕਿਤੇ ਗ੍ਰਸਤੀ ਹੁੰਦਾ ਫਿਰ ਕੀ ਹੁੰਦਾ, ਫਿਰ ਤੇ ਅਡਾਨੀ ਅਬਾਨੀ ਦਾ ਪਿਓ ਹੀ ਹੁੰਦਾ। ਜੇ ਗ੍ਰਸਤੀ ਹੁੰਦਾ ਸ਼ੁਕਰ ਹੈ, ਅਜੇ ਤੇ ਜੋਗੀ ਹੈ। ਵੈਸੇ ਜੋਗੀ ਦਾ ਅਰਥ ਹੁੰਦਾ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ। ਜੋਗੀ ਉਹ ਸੀ ਜਿਹਦੇ ਕੋਲ ਲੰਗੋਟੀ ਸੀ, ਪਿੰਡੇ ਤੇ ਸੁਆਹ ਸੀ, ਸਿਰ ਤੇ ਜੜਾਵਾਂ ਸੀ, ਕੰਨ ਵਿੱਚ ਕੱਚ ਦੀ ਮੁੰਦਰਾ ਸੀ, ਹੱਥ ਵਿੱਚ ਡੰਡਾ ਸੀ, ਬੈਠਣ ਵਾਸਤੇ ਇੱਕ ਮ੍ਰਿਗਸ਼ਾਲਾ ਸੀ ਉਹਦੇ ਕੋਲੇ, ਰੋਟੀ ਮੰਗ ਕੇ ਖਾਣ ਵਾਸਤੇ ਇੱਕ ਲੋਟਾ ਸੀ, ਕਮੰਡਲ ਸੀ। ਇਹਨੂੰ ਜੋਗੀ ਕਹਿੰਦੇ ਹੁੰਦੇ ਸੀ। ਹੁਣ ਜੋਗੀ ਉਹ ਨੇ ਜਿਹੜੇ ਚਾਟੜ ਜਹਾਜ਼ ਲਈ ਫਿਰਦੇ ਨੇ, ਅਜੇ ਵੀ ਜੋਗੀ ਹੈ। ਚਲੋ ਵਾਹਿਗੁਰੂ ਠੀਕ ਕਰੇ ਭਾਈ, ਇਹੋ ਜਿਹਾ ਜੋਗੀ ਰੱਬ ਸਾਨੂੰ ਵੀ ਬਣਾਵੇ। ਅਸੀਂ ਐਵੇਂ ਗ੍ਰਸਤੀ ਬਣ ਕੇ ਭੁੱਖੇ ਮਰੀ ਜਾਂਦੇ ਆ ਸਾਰਿਆਂ ਨੂੰ। ਮੈਂ ਤਾਂ ਕਹਿੰਦਾ ਰੱਬ ਸਾਰਿਆਂ ਨੂੰ ਜੋਗੀ ਬਣਾ ਦੇਵੇ। ਹਾਂਜੀ। ਤੁਮ ਕਰਨਾ ਤੇ ਲੋਚਨ ਦੇਖਾ, ਪਰਮ ਹੰਸ ਅਵਤੂਤ ਵਸੇਖਾ। ਸਤਿਗੁਰੂ ਤੁਹਾਡੀ ਕਿਰਪਾ ਹੋਈ, ਇਸ ਪਰਮ ਹੰਸ ਦੇ ਦਰਸ਼ਨ ਹੋਏ ਨੇ। ਸਤਿਗੁਰੂ ਇਸ ਅਵਤੂਤ ਦੇ ਸਾਨੂੰ ਦਰਸ਼ਨ, ਸੰਨਿਆਸੀ ਦੇ ਦਰਸ਼ਨ ਹੋਏ ਨੇ। ਹਾਂਜੀ। ਅਬ ਇਹ ਬਦਨ ਬੁਲਾਵਾ ਚਾਹੀਏ, ਗਿਆਨ ਬਚਨ ਕੋ ਸੁਣੀਐ ਕਹੀਐ। ਸਤਿਗੁਰੂ ਕਿਰਪਾ ਕਰੋ, ਇਸ ਨੂੰ ਬੁਲਾਓ। ਹੁਣ ਇਹ ਗੱਲ ਬਾਲੇ ਤੇ ਮਰਦਾਨਾ ਜੀ ਨੂੰ ਪਤਾ ਸੀ ਕਿ ਜੇ ਬਾਬਾ ਨਾਨਕ ਚਾਹੇਗਾ ਤੇ ਬੋਲੇਗਾ। ਉਹ ਕਹਿਣ ਲੱਗੇ ਬਾਬਾ ਬੁਲਾਓ ਇਹਨੂੰ, ਸੁਣੀਏ ਤੇ ਸਹੀ। ਅਗਰ ਏਡਾ ਮਹਾਨ ਵਿਅਕਤੀ ਹੈ, ਇਹ ਸਾਡਾ ਸਾਰਿਆਂ ਦਾ ਹੀ ਸੁਭਾਅ ਹੈ। ਜਦੋਂ ਵੀ ਅਸੀਂ ਕਿਸੇ ਡਿਗਨਿਟੀ ਨੂੰ ਮਿਲੇ ਆ, ਜਦੋਂ ਵੀ ਅਸੀਂ ਕਿਸੇ ਪੁੱਗੇ ਹੋਏ ਵਿਅਕਤੀ ਨੂੰ ਮਿਲੇ ਆ, ਸਾਡਾ ਮਨ ਜ਼ਰੂਰ ਕੀਤਾ ਹੈ ਕਿ ਅਸੀਂ ਉਹਦਾ ਆਟੋਗ੍ਰਾਫ ਲਈਏ, ਜਾਂ ਅਸੀਂ ਉਹਨੂੰ ਕਹੀਏ ਤੁਸੀਂ ਜੀ ਕੋਈ ਦੋ ਸ਼ਬਦ ਬੋਲੋਗੇ। ਮੈਂ ਆਪ ਜੀ ਨੂੰ ਦੱਸਿਆ ਨਾ, ਜਦੋਂ ਅਸੀਂ ਪੜ੍ਹਦੇ ਸੀ ਨਾ ਤਾਂ ਸ਼ਕਤੀਪੀਠ ਮੰਦਿਰ ਗਏ, ਜਿਹਨੂੰ ਛਤਰਪੁਰ ਦਾ ਵੱਡਾ ਮੰਦਿਰ ਕਹਿੰਦੇ ਨੇ। ਹੁਣ ਗਏ ਤਾਂ ਅਸੀਂ ਤੇ ਸਟੂਡੈਂਟ ਸੀਗੇ ਸਿੱਖੀ ਦੇ, ਮੱਥਾ ਟੇਕਣ ਤੇ ਗਏ ਨਹੀਂ, ਅਸੀਂ ਦਰਸ਼ਨ ਕਰਨ ਗਏ ਸੀ ਵੀ ਇਹ ਇੱਕ ਧਰਮ ਦਾ ਵੱਡਾ ਧਰਮ ਸਥਾਨ ਹੈ, ਤੇ ਵੇਖੀਏ ਤੇ ਸਹੀ ਵੀ ਇਹਨਾਂ ਦਾ ਪੂਜਾ ਦਾ ਢੰਗ ਕੀ ਹੈ, ਇਹਨਾਂ ਦੇ ਅੰਦਰ ਧਰਮ ਮੰਦਰ ਵਿੱਚ ਕੀ ਰੱਖਦੇ ਨੇ, ਇੱਕ ਇਸ਼ਟ, ਇਹਨਾਂ ਦਾ ਇਸ਼ਟ ਕੌਣ ਹੈ। ਸਾਡਾ ਤਾਂ ਜਾਣਾ ਵੀ ਇੱਕ ਜਿਵੇਂ ਸਟੱਡੀ ਕਰਨਾ ਹੀ ਸੀਗਾ। ਪਰ ਜਦੋਂ ਅਸੀਂ ਉੱਥੇ ਗਏ ਤੇ ਉਹ ਕਹਿਣ ਲੱਗੇ, ਉਹਨਾਂ ਸਾਨੂੰ ਪੁੱਛਿਆ ਤੁਸੀਂ ਕੌਣ। ਅਸੀਂ ਦੱਸਿਆ ਵੀ ਅਸੀਂ ਸਿੱਖ ਧਰਮ ਦੀ ਸਟੱਡੀ ਕਰ ਰਹੇ ਹਾਂ, ਅਸੀਂ ਸਾਰੇ ਸਟੂਡੈਂਟ ਆ, ਅੱਗੋਂ ਅਸੀਂ ਪ੍ਰੀਚਰ ਬਣਨਾ ਹੈ। ਉਹਨਾਂ ਨੇ ਸ਼ਾਇਦ ਮਹਾਤਮਾ ਨੂੰ ਦੱਸਿਆ ਹੋਣਾ ਜਾ ਕੇ ਕਿ 15-20 ਇਸ ਤਰ੍ਹਾਂ ਸਿੱਖ ਧਰਮ ਨਾਲ ਸੰਬੰਧਿਤ ਸਟੂਡੈਂਟ ਆਏ ਨੇ। ਉਹਨਾਂ ਸਾਨੂੰ ਆਪਣੇ ਪਰਸਨਲ ਜਿਹੜਾ ਵਿਜ਼ਟਰ ਜਿਹੜਾ ਉਹਨਾਂ ਨੇ ਹਾਲ ਬਣਾਇਆ ਸੀ, ਉੱਥੇ ਬਿਠਾ ਕੇ ਚਾਹ ਪਾਣੀ ਪਿਆਇਆ। ਸਾਡੇ ਗਲ ਵਿੱਚ ਉਹਨਾਂ ਨੇ ਗੁਲਾਬ ਦੇ ਫੁੱਲਾਂ ਦੇ ਹਾਰ ਪਾਏ ਸਾਰਿਆਂ ਦੇ। ਬੜਾ ਅੱਛਾ ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆਇਆ। ਫਿਰ ਉਹ ਕਹਿੰਦੇ ਵੀ ਤੁਸੀਂ ਮਹਾਤਮਾ ਨੂੰ ਮਿਲਣਾ ਚਾਹੁੰਦੇ ਹੋ। ਅਸੀਂ ਕਿਹਾ ਜੀ ਮਿਲ ਲੈਂਦੇ ਹਾਂ, ਵੈਸੇ ਤਾਂ ਆਈ ਇਸੇ ਮਕਸਦ ਨਾਲ ਹੀ ਆ। ਤੁਸੀਂ ਯਕੀਨ ਕਰਨਾ, ਉਸ ਮਹਾਤਮਾ ਨੇ ਫਤਿਹ ਬੁਲਾਈ। ਹੈ ਤੇ ਫਤਿਹ ਉਹ ਵਿਚਾਰੀ ਟੁੱਟੀ ਫੁੱਟੀ ਸੀ, ਕਾਰਨ ਕਿ ਉਹ ਮਹਾਤਮਾ 12 ਸਾਲ ਬੋਲਿਆ ਹੀ ਨਹੀਂ ਸੀ, ਇਸ ਕਰਕੇ ਉਹਦੀ ਜ਼ੁਬਾਨ ਵੀ ਥਥਲਾਉਣ ਲੱਗ ਗਈ। 12 ਸਾਲ ਉਹਨੇ ਚੌਕੜੀ ਮਾਰੀ ਰੱਖੀ। ਆ ਦੋਵੇਂ ਲੱਤਾਂ ਉਹਦੀਆਂ ਗੋਡੇ ਜੁੜੇ ਹੋਏ ਸੀ, ਉਹਨੂੰ ਚੁੱਕ ਕੇ ਸੱਜੇ ਖੱਬੇ ਰੱਖਦੇ ਸੀ। ਉਹ ਮੁੜ ਕੇ ਚੌਕੜੀ ਖੁੱਲੀ ਨਹੀਂ। ਪਰ ਉਹਨੇ ਸਾਨੂੰ ਫਤਿਹ ਬੁਲਾਈ, ਅਸੀਂ ਵੀ ਉਹਨੂੰ ਫਤਿਹ ਬੁਲਾਈ, ਉਹਨੇ ਵੀ ਬੁਲਾਈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਹਾਤਮਾ ਜੀ ਕੋਈ ਸਿੱਖਿਆ ਦਿਓਗੇ, ਕੋਈ ਉਪਦੇਸ਼ ਦਿਓਗੇ? ਕਿਉਂਕਿ ਮੈਂ ਇੱਕ ਵਿਦਿਆਰਥੀ ਆ ਤੇ ਮੈਂ ਇਹ ਗੱਲ ਰਮਾਇਣ ਦੇ ਵਿੱਚੋਂ ਸਿੱਖੀ ਹੈ
ਕਿ ਭਾਵੇਂ ਰਾਵਣ ਨੂੰ ਸ਼੍ਰੀ ਰਾਮਚੰਦਰ ਜੀ ਨੇ ਤੀਰ ਮਾਰ ਮਾਰ ਕੇ ਮਾਰਿਆ ਸੀ, ਪਰ ਮਰਨ ਲੱਗੇ ਦੇ ਕੋਲ ਲਕਸ਼ਮਣ ਨੂੰ ਘੱਲਿਆ ਸੀ ਕਿ ਜਾਂ ਲਕਸ਼ਮਣ 4 ਵੇਦਾਂ ਦਾ ਗਿਆਤਾ ਮਰਨ ਲੱਗਿਆ, ਜਾਂ ਕੋ ਉਪਦੇਸ਼ ਲੈ ਕੇ ਆ। ਤੇ ਜ਼ਰੂਰ ਲਕਸ਼ਮਣ ਮੇਰੇ ਵਰਗਾ ਹੋਏਗਾ, ਉਹਨੇ ਪਹਿਲਾਂ ਕਿਹਾ ਹੋਣਾ ਹੈ ਵੀ ਭਰਾ ਇਹਦੇ ਕੋਲੋਂ ਕੀ ਉਪਦੇਸ਼ ਲੈਣਾ ਹੈ। ਜੇ ਇੰਨੀ ਅਕਲ ਦਾ ਮਾਲਕ ਹੁੰਦਾ ਤੇ ਆਪਾਂ ਨੂੰ ਤੀਰਾਂ ਨਾਲ ਹੀ ਮਾਰਨਾ ਪੈਂਦਾ। ਉਹਨਾਂ ਕਿਹਾ ਨਹੀਂ, ਫਿਰ ਵੀ ਜਾ। ਉਹਨਾਂ ਫਿਰ ਵੀ ਘੱਲਿਆ। ਇਹਦਾ ਅਰਥ ਇਹ ਹੈ ਕਿ ਚੰਗੀਆਂ ਗੱਲਾਂ ਮਾੜੇ ਬੰਦੇ ਕੋਲ ਵੀ ਹੁੰਦੀਆਂ। ਜੇ ਉਪਦੇਸ਼ ਲੈਣਾ ਹੋਵੇ ਤੇ ਤੁਹਾਨੂੰ ਮਾੜੇ ਬੰਦੇ ਤੋਂ ਵੀ ਚੰਗਾ ਬੰਦਾ ਉਪਦੇਸ਼ ਲੈ ਸਕਦਾ ਹੈ, ਪਰ ਜੇ ਨਾ ਲੈਣਾ ਹੋਵੇ ਤੇ ਚੰਗੇ ਬੰਦੇ ਤੋਂ ਮਾੜਾ ਵੀ ਨਹੀਂ ਲੈ ਸਕਦਾ। ਬਜ਼ੁਰਗਾਂ ਦੀ ਸ਼ਬਦਾਵਲੀ ਇਸ ਤੋਂ ਵੀ ਭਾਵਪੂਰਤ ਹੈ। ਉਹ ਕਹਿੰਦੇ ਪੁੱਤਰ ਜੇ ਸਿੱਖਣਾ ਹੋਵੇ ਤੇ ਬੱਚੇ ਤੋਂ ਵੀ ਸਿੱਖ ਸਕਦੇ ਆ, ਨਾ ਸਿੱਖਣਾ ਹੋਵੇ ਤੇ ਸਿਆਣੇ ਤੋਂ ਵੀ ਨਹੀਂ ਸਿੱਖਿਆ ਜਾਂਦਾ। ਇਹ ਤੁਹਾਡੇ ਆਪਣੇ ਤੇ ਨਿਰਭਰ ਕਰਦਾ ਹੈ। ਤੁਸ ਮਹਾਤਮਾ ਨੇ ਸਾਨੂੰ 6 ਗੱਲਾਂ ਦੱਸੀਆਂ। ਉਹ ਕਹਿੰਦਾ ਜੀ ਜਨਮ ਤੇ ਮੌਤ, ਲਾਭ ਤੇ ਹਾਨੀ, ਜਸ਼ ਤੇ ਅਪਜਸ਼, ਇਹ 6 ਚੀਜ਼ਾਂ ਕਹਿੰਦੇ ਪਰਮਾਤਮਾ ਕੋਲ ਨੇ। ਇਹ 6 ਚੀਜ਼ਾਂ ਪਰਮਾਤਮਾ ਨੇ ਕਿਸੇ ਨੂੰ ਨਹੀਂ ਦਿੱਤੀਆਂ। ਤੁਹਾਡੀ ਵਡਿਆਈ ਹੋਏਗੀ ਕਿ ਬਦਨਾਮੀ ਹੋਏਗੀ, ਇਹ ਤੁਹਾਡੇ ਆਪਣੇ ਵੱਸ ਵਿੱਚ ਨਹੀਂ ਹੈ। ਨਹੀਂ ਤਾਂ ਕੌਣ ਬਦਨਾਮੀ ਚਾਹੁੰਦਾ ਹੈ? ਘਾਟਾ ਹੋਏਗਾ ਕਿ ਮੁਨਾਫਾ ਹੋਏਗਾ, ਇਹ ਤੁਹਾਡੇ ਹੱਥ ਵਿੱਚ ਨਹੀਂ ਹੈ। ਤੁਸੀਂ ਬਿਜ਼ਨਸ ਕਰ ਸਕਦੇ ਹੋ, ਘਾਟੇ ਨਫੇ ਦੇ ਠੇਕੇਦਾਰ ਨਹੀਂ ਬਣ ਸਕਦੇ। ਜਨਮ ਮੌਤ ਦੇ ਵਿਚਕਾਰ ਜੀਵਨ ਜੀਉ ਸਕਦੇ ਹੋ, ਪਰ ਆਪਣੀ ਮਰਜ਼ੀ ਨਾਲ ਨਾ ਜਨਮ ਲੈ ਸਕਦੇ ਹੋ, ਨਾ ਆਪਣੀ ਮਰਜ਼ੀ ਨਾਲ ਮੌਤ ਲੈ ਸਕਦੇ ਹੋ। ਹੁਣ ਕਈ ਵਾਰੀ ਸੁਣੀਦਾ ਨਹੀਂ ਵੀ ਉਹਨੇ ਸੁਸਾਈਡ ਕਰ ਲਿਆ। ਉਹ ਫਿਰ ਕਹਿੰਦੇ ਗਿਆਨੀ ਜੀ ਕਿ ਇਹ ਬੇਵਕਤੀ ਮੌਤ ਹੈ। ਨਹੀਂ, ਬੇਵਕਤੀ ਨਹੀਂ ਹੈ। ਉਹਦੀ ਵਿਚਾਰੇ ਦੀ ਲਿਖੀ ਏਦਾਂ ਸੀ, ਉਹਨੇ ਮਰਨਾ ਹੀ ਏਦਾਂ ਸੀ। ਕਿਸੇ ਨੇ ਜ਼ਹਿਰ ਖਾ ਕੇ ਮਰਨਾ ਹੈ, ਕਿਸੇ ਨੇ ਫਾਂਸੀ ਲਾ ਕੇ ਮਰਨਾ ਹੈ, ਕਿਸੇ ਨੇ ਗੋਲੀ ਮਾਰ ਕੇ ਮਰਨਾ ਹੈ। ਉਹਦੀ ਮੌਤ ਹੀ ਏਦਾਂ ਲਿਖੀ ਹੈ। ਉਹਦੇ 'ਚ ਤੁਸੀਂ ਆਪਾਂ ਕੀ ਕਰ ਸਕਦੇ ਆ? ਕਿਉਂਕਿ ਇਹ ਜਸ ਅਪ ਜਸ ਜਿਹੜਾ ਹੈ ਨਾ, ਇਹ ਰੱਬ ਦੇ ਵੱਸ ਵਿੱਚ ਹੈ। ਹੁਣ ਭਾਈ ਬਾਲਾ ਕਹਿਣ ਲੱਗੇ ਵੀ ਬਾਬਾ ਬੁਲਾਓ ਤਾਂ ਸਹੀ, ਇਹ ਮਹਾਤਮਾ ਹੈ, ਇਹਦੇ ਕੋਲੋਂ ਸੁਣੀਏ ਕੁਝ। ਆਪਾਂ ਕੁਛ ਤਾਂ ਉੱਠੇਗਾ, ਕੁਝ ਤਾਂ ਬੋਲੇਗਾ ਨਾ। ਹਾਂਜੀ। ਬੋਲੇ ਤੇ ਮਤ ਹੋਏ ਲਖਾਈ, ਦੂਸ਼ਣ ਤੇ ਨਹਿ ਜਾਣਿਓ ਜਾਈ। ਕੋਈ ਬੋਲੇ ਤੇ ਪਤਾ ਲੱਗਦਾ ਹੈ ਉਹਦੀ ਮਤ ਕੀ ਹੈ। ਵੇਖੋ ਕੱਪੜੇ ਤਾਂ ਤੁਸੀਂ ਮੰਗ ਕੇ ਪਾ ਲੋਗੇ, ਪਰ ਸ਼ਬਦ ਕਿੱਥੋਂ ਮੰਗ ਕੇ ਬੋਲ ਲੋਗੇ ਜੀ? ਉਹ 3 ਥੱਥਿਆਂ ਵਾਲੀ ਕਥਾ ਤੇ ਕਹਾਣੀ ਤੇ ਤੁਸੀਂ ਬਾਤ ਤਾਂ ਮਾਂ ਕੋਲੋਂ ਸੁਣੀ ਹੋਣੀ ਹੈ ਵੀ ਉਹ 3 ਥੱਥੇ ਸੀ, ਤਾਂ ਮਾਂ ਨੇ ਕਿਹਾ ਵੀ ਪੁੱਤਰੋ ਕੁੜੀ ਵਾਲਿਆਂ ਨੇ ਵੇਖਣ ਆਉਣਾ ਤੇ ਤੁਸੀਂ ਬੋਲਣਾ ਨਹੀਂ। ਤਾਂ ਤਿੰਨੇ ਹੀ ਬੋਲ ਪਏ, ਤੇ ਜੇ ਬੋਲੇ ਤੇ 3 ਥੱਥੇ ਆ ਗਏ। ਉਹ ਕੁੜੀ ਵਾਲੇ ਉੱਠ ਕੇ ਚਲੇ ਗਏ, ਕਹਿੰਦੇ ਛੱਡੋ ਪਰ ਇਹ ਤੇ ਥੱਥਿਆਂ ਦਾ ਪਰਿਵਾਰ ਹੈ। ਇਹ ਗੱਲ ਨੂੰ ਫਿਰ ਚੇਤੇ ਰੱਖਣਾ, ਕਿਸੇ ਵਿਅਕਤੀ ਦੇ ਬਾਰੇ ਜਿੰਨਾ ਚਿਰ ਉਹ ਖੁਦ ਨਹੀਂ ਬੋਲਦਾ, ਤੁਹਾਨੂੰ ਪਤਾ ਇੰਟੈਲੀਜੈਂਸੀਆਂ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਬੰਦੇ ਮਾਰ ਦਿੰਦੀਆਂ ਨੇ ਕੁੱਟ-ਕੁੱਟ ਕੇ। ਉਹਨਾਂ ਦੀ ਇੱਕੋ ਹੀ ਜਿੱਦ ਹੁੰਦੀ ਵੀ ਤੂੰ ਬੋਲ ਕੇ ਦੱਸ। ਹਾਲਾਂਕਿ ਉਹਨਾਂ ਕੋਲ ਰਿਪੋਰਟਾਂ ਬੜੀਆਂ ਹੁੰਦੀਆਂ ਨੇ, ਬੜੇ ਸਾਰੇ ਉਹਨਾਂ ਨੇ ਜਸੂਸ ਛੱਡੇ ਹੁੰਦੇ ਨੇ, ਬੜੇ ਸਾਰੇ ਬੰਦਿਆਂ ਨੇ ਉਹਨਾਂ ਦੇ ਬਾਰੇ ਕਿਹਾ ਹੁੰਦਾ ਜੀ ਆਹ ਵੀ ਕਰਦਾ ਜੀ, ਆਹ ਵੀ ਕਰਦਾ ਜੀ, ਆਹ ਵੀ ਕਰਦਾ ਜੀ। ਉਹ ਕਹਿੰਦੇ ਨਹੀਂ, ਇਹਨੂੰ ਪੁੱਛੋ। ਔਰ ਇਹ ਹਕੀਕਤ ਜੇ ਤੁਸੀਂ ਮੇਰੇ ਬਾਰੇ ਜੋ ਮਰਜ਼ੀ ਇਕੱਠਾ ਕਰ ਲਓ, ਮੇਰੇ ਬਾਰੇ ਜਿੰਨਾ ਮੈਨੂੰ ਪਤਾ ਹੈ ਤੁਹਾਨੂੰ ਨਹੀਂ ਹੋ ਸਕਦਾ। ਜਦੋਂ ਮੈਂ ਬੋਲਾਂਗਾ ਜੋ ਮੈਂ ਦੱਸ ਸਕਾਂਗਾ, ਸ਼ਾਇਦ ਹੋ ਸਕਦਾ ਮੇਰੇ ਨਾਲ ਮੰਜੀ ਤੇ ਸੌਣ ਵਾਲਾ ਵੀ ਨਾ ਦੱਸ ਸਕੇ। ਕਿਸੇ ਬਾਰੇ ਕਿਸੇ ਨੂੰ ਕੀ ਪਤਾ ਹੈ? ਭਾਈ ਬਾਲਾ ਮਰਦਾਨਾ ਕਹਿਣ ਲੱਗੇ ਬਾਬਾ ਬੁਲਾਓ, ਬੋਲੇ ਤੇ ਪਤਾ ਲੱਗਦਾ ਇਹ ਕੌਣ ਹੈ। ਕੱਪੜੇ ਉਧਾਰੇ ਪਾ ਕੇ, ਕਈ ਵੇਖੇ ਨੇ ਤੁਸੀਂ, ਨਕਲੀ ਥਾਣੇਦਾਰ ਬਣ ਜਾਂਦੇ ਨੇ, ਡੀਐਸਪੀ ਬਣ ਜਾਂਦੇ ਨੇ, ਬਣ ਸਕਦੇ ਹੋ, ਕੱਪੜੇ ਮਿਲ ਜਾਂਦੇ ਨੇ ਬਾਜ਼ਾਰ ਚੋਂ, ਸ਼ਬਦ ਨਹੀਂ ਮਿਲਣਗੇ। ਜਦੋਂ ਬੋਲੋਗੇ ਉਦੋਂ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਪੜ੍ਹੇ ਲਿਖੇ ਹੋ, ਕਿੰਨੀ ਕੁ ਅਕਲ ਦੇ ਮਾਲਕ ਹੋ।
ਇਹ ਬੜੀਆਂ ਸਾਰੀਆਂ ਗੱਲਾਂ ਅਸੀਂ ਰੋਜ਼ ਸੁਣਦੇ ਹਾਂ, ਰੋਜ਼ ਸਾਡੇ ਲਾਗੇ ਵਾਪਰਦੀਆਂ ਨੇ ਵੀ ਕਿਸੇ ਨੇ ਤੋਤਾ ਪੜਾਇਆ, ਘੱਲ ਦਿੱਤਾ, ਇੱਕ ਅੱਧੀ ਗੱਲ ਠੀਕ ਕੀਤੀ, ਦੂਜੀ ਫਿਰ ਗਲਤ ਕਰਤੀ ਉਹਨੇ। ਨਹੀਂ, ਇਹ ਤਾਂ ਤੁਹਾਡੇ ਬੋਲਣ ਤੋਂ ਪਤਾ ਲੱਗਦਾ, ਜਿਹੜੀ ਤੁਹਾਡੀ ਗੁਫ਼ਤਾਰ ਹੈ, ਗੱਲਬਾਤ ਹੈ, ਇਹ ਅਸਲ ਵਿੱਚ ਤੁਹਾਡਾ ਵਿਜ਼ਨ ਹੈ ਕਿ ਤੁਸੀਂ ਕੀ ਹੈਗੇ ਹੋ। ਅਸਲ ਵਿੱਚ ਤੁਹਾਡੀ ਅੰਦਰ ਦੀ ਇਹ ਸੱਚਾਈ ਹੈ ਕਿ ਤੁਸੀਂ ਕੀ ਵੇਖ ਸਕਦੇ ਹੋ, ਕੀ ਕਰ ਸਕਦੇ ਹੋ। ਤੁਹਾਡੇ ਬੋਲਣ ਤੋਂ ਤੁਹਾਡੀ ਸਮਰੱਥਾ ਪਤਾ ਲੱਗੇਗੀ, ਗਿਆਨ ਪਤਾ ਲੱਗੇਗਾ, ਤੁਹਾਡੀ ਅਵਸਥਾ ਪਤਾ ਲੱਗੇਗੀ। ਹਾਂਜੀ। ਸ਼੍ਰੀ ਗੁਰ ਬਹਿਨ ਭਣੇ ਤਬ ਹੀ ਤੁਮ ਹੋਤ ਸਰੀਰ ਤੇ ਬੋਲਤ ਨਾਹੀ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਫਿਰ ਦੱਤਾਤਰੇय ਨੂੰ ਸੰਬੋਧਨ ਹੋ ਕੇ ਕਿਹਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸ਼੍ਰੀ ਗੁਰ ਬੈਣ ਭਣੇ ਤਬ ਹੀ ਤੁਮ ਹੋਤ ਸਰੀਰ ਤੇ ਬੋਲਤ ਨਾਹੀ। ਕਹਿਣ ਲੱਗੇ, ਮੁਨੀ ਆ ਕੀ ਬਈ, ਜੇ ਤੂੰ ਬੰਦੇ ਦੇ ਸਰੀਰ ਵਿੱਚ ਹੈ ਤੇ ਫਿਰ ਤੇ ਤੈਨੂੰ ਬੋਲਣਾ ਚਾਹੀਦਾ ਹੈ। ਮੈਂ ਫਿਰ ਬੇਨਤੀ ਕਰਾਂ, ਰੱਬ ਨੇ ਮੋਨੀਆਂ ਦੀ ਇਹ ਜਿਹੜੀ ਨਵੀਂ ਜਮਾਤ ਪੈਦਾ ਹੋਈ ਹੈ, ਇਹਦੀ ਲੋੜ ਨਹੀਂ ਸੀ। ਰੱਬ ਨੇ ਇੱਕ ਸਾਡੇ 'ਚ ਕੈਟਾਗਰੀ ਪੈਦਾ ਕੀਤੀ, ਉਹਨੂੰ ਗੂੰਗੇ ਕਹਿੰਦੇ ਨੇ। ਇਹਦਾ ਅਰਥ ਹੈ ਕਿ ਜਿਹਨੂੰ ਰੱਬ ਨੇ ਨਹੀਂ ਸੀ ਬੋਲਣ ਦੇਣਾ, ਉਹਨੂੰ ਗੂੰਗਾ ਪੈਦਾ ਕੀਤਾ। ਜਿਹਨੂੰ ਬੁਲਾਉਣਾ ਸੀ, ਉਹਨੂੰ ਸਤਿਗੁਰੂ ਨੇ ਬੋਲਣ ਵਾਲੀ ਜ਼ੁਬਾਨ ਦਿੱਤੀ ਹੈ। ਹੁਣ ਕੋਈ ਆਦਮੀ ਕਵੇ ਜੀ ਮੈਂ ਤੇ ਨਹੀਂ ਸੁਣਦਾ, ਵੀ ਜਿਨ੍ਹਾਂ ਨੂੰ ਨਹੀਂ ਸੁਣਾਉਣਾ ਸੀ, ਰੱਬ ਨੇ ਜਮਾਂਦਰੂ ਬੋਲੇ ਪੈਦਾ ਕੀਤੇ ਨੇ। ਤੁਹਾਨੂੰ ਕੰਨਾਂ ਦੇ ਵਿੱਚ ਗੁਰੂ ਪਾਉਣ ਦੀ ਕੀ ਲੋੜ ਹੈ। ਹੁਣ ਕੋਈ ਕਵੇ ਜੀ ਮੈਂ ਤੇ ਨਹੀਂ ਵੇਖਣਾ ਜੀ, ਮੈਂ ਤਾਂ ਅੱਖਾਂ ਬੰਦ ਕਰਕੇ ਬਹਿਣਾ ਹੈ, ਵੀ ਰੱਬ ਨੇ ਅੰਨੇ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਨਹੀਂ ਸੀ ਵਿਖਾਉਣਾ। ਤੁਹਾਨੂੰ ਰੱਬ ਨੇ ਅੱਖਾਂ ਦਿੱਤੀਆਂ ਹੀ ਵੇਖਣ ਵਾਸਤੇ ਨੇ। ਹੁਣ ਕੋਈ ਆਦਮੀ ਕਵੇ ਜੀ ਮੈਂ ਤੇ ਨਹੀਂ ਤੁਰਦਾ ਫਿਰਦਾ, ਵੀ ਰੱਬ ਨੇ ਲੰਗੜੇ ਲੂਲੇ ਪੈਦਾ ਕੀਤੇ ਨੇ, ਤੂੰ ਕਾਹਨੂੰ ਲੰਗੜਾ ਲੂਲਾ ਬਣਦਾ, ਤੈਨੂੰ ਚੰਗੀਆਂ ਭਲੀਆਂ ਲੱਤਾਂ ਦਿੱਤੀਆਂ ਨੇ ਰੱਬ ਨੇ। ਹੁਣ ਕੋਈ ਆਦਮੀ ਕਵੇ ਜੀ ਮੈਂ ਤੇ ਨਹੀਂ ਕੰਮ ਕਰਦਾ, ਵੀ ਰੱਬ ਨੇ ਉਹ ਬੰਦੇ ਪੈਦਾ ਕੀਤੇ ਨੇ ਜਿਨ੍ਹਾਂ ਦੇ ਹੱਥ ਬਾਹਾਂ ਹੈ ਹੀ ਨਹੀਂ। ਤੈਨੂੰ ਹੱਥ ਦਿੱਤੇ ਨੇ, ਤੂੰ ਕੰਮ ਕਰ, ਤੇ ਤੈਨੂੰ ਕੀ ਰਾਈਟ ਹੈ ਕਿ ਤੂੰ ਚੰਗਾ ਭਲਾ ਆਦਮੀ ਕਵੇ ਜੀ ਮੈਂ ਤੇ ਮੰਗ ਕੇ ਖਾਵਾਂਗਾ ਜੀ। ਰੱਬ ਨੇ ਆਪ ਇਹ ਸਾਰਾ ਕੁਝ ਕੀਤਾ ਹੋਇਆ ਹੈ। ਉਹਨੇ ਬਿਨਾਂ ਹੱਥਾਂ ਪੈਰਾਂ ਤੋਂ ਵੀ ਬੰਦੇ ਪੈਦਾ ਕੀਤੇ ਨੇ, ਬਿਨਾਂ ਕੰਨਾਂ ਤੋਂ, ਬਿਨਾਂ ਅੱਖਾਂ ਦੇ ਵੇਖਣ ਤੋਂ, ਕੰਨਾਂ ਦੇ ਸੁਣਨ ਤੋਂ, ਜ਼ਬਾਨ ਦੇ ਬੋਲਣ ਤੋਂ ਵੀ ਬੰਦੇ ਪੈਦਾ ਕੀਤੇ ਨੇ। ਹਾਂਜੀ। ਜੋ ਲੱਗਦੇ ਹੈ ਨਰਾਸ਼ ਨ ਤਉ ਲੱਗ, ਜੋ ਸੁਣ ਕੈ ਸਮਝੋ ਮਨ ਮਾਹੀ। ਸਤਿਗੁਰੂ ਕਹਿਣ ਲੱਗੇ, ਮੁਨੀ ਜੀ, ਮਹਾਤਮਾ ਜੀ, ਬਰਕਤ ਜੀ, ਜਿੰਨਾ ਚਿਰ ਸਰੀਰ ਵਿੱਚ ਹੋ, ਜੋ ਲੱਗ ਦੇ, ਨਿਰਾਸ਼ ਨਾ ਤੋ ਲੱਗ। ਨਿਰਾਸ਼ਤਾ ਦਾ ਕੀ ਕੰਮ ਹੈ। ਹੁਣ ਆਪਾਂ ਕਹੀਏ ਜੀ ਮੈਂ ਨਹੀਂ ਰਹਿਣਾ ਜੀ ਘਰ ਵਿੱਚ, ਪਰਿਵਾਰ ਵਿੱਚ, ਉਹ ਭਰਾਵਾ ਤੂੰ ਵੇਟ ਕਰ, ਤੈਨੂੰ ਤੇ ਆਪ ਛੱਡ ਕੇ ਆਉਣਗੇ ਮੜੀਆਂ 'ਚ, ਤੂੰ ਕਾਹਨੂੰ ਤੱਤਾ ਕਾਲਾ ਹੋਈ ਜਾਂਦਾ। ਫੱਟੇ ਦੇ ਪਾ ਕੇ ਖੜਨਗੇ, ਨਵਾ ਧਵਾ ਕੇ ਖੜਨਗੇ, ਉੱਤੇ ਫੁੱਲ ਬੂਟੇ ਲਾ ਕੇ ਲੈ ਕੇ ਜਾਣਗੇ, ਤੇਰੇ ਉੱਤੋਂ ਤੇ ਮਖਾਣੇ ਸੁੱਟਣਗੇ ਵੀ ਚੱਲਿਆ। ਤੂੰ ਕਾਹਨੂੰ, ਅਸੀਂ ਰੋਜ਼ ਹੀ ਕਹਿੰਦੇ ਮੈਂ ਚੱਲਿਆ ਜੀ ਘਰੋਂ, ਜਾਣ ਦੀ ਲੋੜ ਨਹੀਂ, ਉਹ ਦਿਨ ਆਉਣ ਵਾਲਾ, ਕਾਢੋ ਕਾਢੋ ਹੋਈ। ਉਹਨਾਂ ਕਹਿਣਾ ਕੱਢੋ ਇਹਨੂੰ, 4 ਘੰਟੇ ਹੋ ਗਏ ਮਰੇ ਪੈ ਨੂੰ, ਨਵਾਓ ਧਵਾਓ ਤੇ ਲੈ ਚੱਲੋ। ਮੈਂ ਰੋਜ਼ ਇੱਕੋ ਹੀ ਬੇਨਤੀ ਕਰਦਾ ਵੀ ਸਾਨੂੰ ਜਿਉਣਾ ਨਹੀਂ ਆਉਂਦਾ, ਪਰਿਵਾਰ ਹੈ ਉਹਦੇ ਵਿੱਚ ਰਹਿਣਾ ਨਹੀਂ ਆਉਂਦਾ। ਰੱਬ ਨੇ ਇੰਨਾ ਕੁਝ ਖਾਣ ਨੂੰ ਦਿੱਤਾ ਹੈ, ਖਾਣਾ ਪੀਣਾ ਨਹੀਂ ਆਉਂਦਾ। ਹੁਣ ਆ ਟੈਲੀਫੋਨ ਹੀ ਹੈ, ਸਾਨੂੰ ਵਰਤਣਾ ਨਹੀਂ ਆਉਂਦਾ। ਇਹ ਮਾੜਾ ਤਾਂ ਨਹੀਂ ਹੈ, ਵਰਤਣਾ ਨਹੀਂ ਆਉਂਦਾ ਸਾਨੂੰ। ਕਿ ਟੀਵੀ ਮਾੜਾ ਹੈ? ਇਹਨਾਂ ਸਟੇਜਾਂ ਤੇ ਬਹਿ ਕੇ ਬੰਦਿਆਂ ਨੇ ਪ੍ਰਚਾਰ ਕੀਤਾ, ਟੀਵੀ ਤੇ ਟੀਬੀ। ਸਾਧ ਸੰਗਤ ਜੀ ਇੱਕੋ ਜੀ ਹੈ। ਕਿਸੇ ਦੇ ਘਰ ਟੀਵੀ ਆ ਗਿਆ, ਕਿਸੇ ਨੂੰ ਟੀਬੀ ਹੋ ਗਈ, ਤੇ ਅੱਜ ਉਹਨਾਂ ਬਾਬਿਆਂ ਨੂੰ ਪੁੱਛੋ ਵੀ ਬਾਬਾ ਜੀ ਕਥਾ ਕਰੋਗੇ, ਤਾਂ ਕਹਿੰਦੇ ਜੀ ਕਥਾ ਲਾਈਵ ਹੈ ਨਾ। ਉਹੀ ਬਾਬੇ ਅਜੇ ਮਰੇ ਨਹੀਂ, ਉਹ ਮੈਂ ਜਾਣਦਾ ਉਹਨਾਂ ਨੂੰ। ਉਹ ਫਿਰ ਪੁੱਛਦੇ ਨੇ ਵੀ ਕਥਾ ਲਾਈਵ ਹੋਏਗੀ, ਵੀ ਮਤਲਬ ਸਾਹਮਣੇ ਕੈਮਰਾ ਹੋਏਗਾ ਕਿ ਨਹੀਂ ਹੋਏਗਾ। ਤੇ ਬੰਦਿਆਂ ਨੂੰ ਪੁੱਛੇ ਬਾਬਾ ਜੀ ਫਿਰ ਹੁਣ ਕੈਮਰਾ ਟੀਵੀ ਤੇ ਹੀ ਚੱਲੇਗਾ ਫਿਰ ਅੱਗੋਂ ਤਾਂ। ਇੰਨੀ ਅਣਪੜਤਾ ਸਾਡੇ ਵਿੱਚ ਭਰੀ ਹੋਈ ਹੈ, ਪਤਾ ਹੀ ਨਹੀਂ ਕੀ ਬੋਲੀ ਜਾਂਦੇ ਆ। ਟੀਵੀ ਇੱਕ ਬਿਮਾਰੀ ਹੈ। ਟੀਵੀ ਤੁਹਾਡੀ ਲਾਈਫ ਲਾਈਨ ਹੈ।
ਅੱਜ ਕੈਨੇਡਾ ਅਮਰੀਕਾ ਬਾਹਰ ਜਾ ਕੇ ਬਜ਼ੁਰਗਾਂ ਨੂੰ ਪੁੱਛੋ ਵੀ ਬਾਪੂ ਜੀ ਕੀ ਹਾਲ ਹੈ, ਕਹਿੰਦੇ ਪੁੱਤਰਾ ਟੀਵੀ ਨੇ ਰੌਣਕਾਂ ਲਾਈਆਂ ਨੇ, ਸਵੇਰੇ ਸ਼ਾਮ ਦਰਬਾਰ ਸਾਹਿਬ ਲਾ ਲਈਦਾ, ਬੰਗਲਾ ਸਾਹਿਬ ਲਾ ਲਈਦਾ ਤੇ ਬੜੀ ਸੋਹਣੀ ਜ਼ਿੰਦਗੀ ਲੰਘਦੀ ਹੈ, ਸਾਰਾ ਦਿਨ ਬਾਣੀ ਦਾ ਕੀਰਤਨ ਸੁਣੀਦਾ। ਹੁਣ ਜਿਹੜੇ ਟੀਵੀ ਕਹਿੰਦੇ ਸੀ ਹੁਣ ਉਹਨਾਂ ਨੂੰ ਕਿਹੜਾ ਇੰਜੈਕਸ਼ਨ ਦੇਈਏ ਆਪਾਂ? ਸਾਡੇ ਵਿੱਚ ਅਣਪੜਤਾ ਹੈ, ਸਾਡੇ ਵਿੱਚ ਸੂਝ-ਬੂਝ ਦੀ ਘਾਟ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਮਹਾਤਮਾ ਜੀ ਅਗਰ ਸਰੀਰ ਹੈ ਤੇ ਨਿਰਾਸ਼ਤਾ ਦਾ ਕੀ ਮਤਲਬ ਹੈ? ਯੋ ਸੁਣ ਕੇ ਸਮਝੋ ਮਨ ਮਾਹੀ। ਇਸ ਕਰਕੇ ਸਾਡੀ ਜੇ ਤੁਸੀਂ ਗੱਲ ਸੁਣੀ ਹੈ ਤਾਂ ਸਮਝੋ। ਹਾਂਜੀ, ਖੋਲੋ ਨੈਣ ਰੱਖੋ ਮਨ ਕੋ ਥਿਰ, ਆਓ ਰੱਬ ਲੋਕ ਨਾ ਚਿਤ ਡੁਲਾਹੀ। ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਚਿੱਤ ਡੋਲਣ ਤੋਂ ਰੋਕ ਲਓ। ਹੁਣ ਕਿਸੇ ਦੀ ਘੜੀ ਵੇਖ ਲਈ, ਕਿਸੇ ਦੀ ਗੱਡੀ ਵੇਖ ਲਈ, ਕਿਸੇ ਦਾ ਸੋਹਣਾ ਰੰਗ ਰੂਪ ਵੇਖ ਲਿਆ ਤੇ ਮਗਰ ਹੀ ਵਹਿ ਤੁਰੇ। ਨਹੀਂ, ਕਿ ਅੱਖਾਂ ਬੰਦ ਕਰਨ ਨਾਲ ਮਨੁੱਖ ਇੱਕ ਸਚਿਆਰ ਹੋਣ ਦੀ ਦਾਵਾ ਕਰ ਸਕਦਾ ਹੈ? ਨਹੀਂ। ਲੋੜ ਇਸ ਗੱਲ ਦੀ ਹੈ ਕਿ ਕਿਹਾ ਜਾਵੇ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੁਹਾਡੇ ਵਿੱਚ ਰੱਬ ਨੇ ਜੋਤ ਰੱਖੀ ਤੇ ਇਹ ਤੁਹਾਨੂੰ ਰੱਬ ਦੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਹੈ। ਹੁਣ ਸਾਡੇ ਤੇ ਪਾਠ ਹੀ ਇਹ ਵੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਤੇ ਕਿਵੇਂ ਕਰੋਗੇ? ਅੱਖਾਂ ਬੰਦ ਕਰਕੇ ਕਰੋਗੇ? ਦਰਸ਼ਨ ਤੇ ਅੱਖਾਂ ਖੋਲ ਕੇ ਹੋਣਗੇ ਭਾਈ। ਅਸੀਂ ਤਾਂ ਸਗੋਂ ਸਾਹਮਣੇ ਖਲੋ ਕੇ ਕਹਿੰਦੇ ਆ ਦਰਸ਼ਨ ਦੀਜੇ ਖੋਲ ਕਵਾੜ, ਵੀ ਬਾਬਾ ਬੂਆ ਖੋਲ ਦਰਸ਼ਨ ਦੇ ਸਾਨੂੰ। ਹਾਂਜੀ, ਏਕ ਹੀ ਵਿਆਪਕ ਹੈ ਸਭ ਮੈਂ, ਕਰਤਾਰ ਬਿਨਾ ਘਟ ਕੋ ਨਹਿ ਆਹੀ। ਆਖਿਆ ਮਹਾਤਮਾ ਜੀ ਇੱਕੋ ਹੀ ਪਰਮਾਤਮਾ ਵਿਆਪਕ ਹੈ, ਉਹੀ ਹਿਰਦੇ ਵਿੱਚ ਹੈ, ਉਹੀ ਸੰਸਾਰ ਵਿੱਚ ਹੈ। ਹਾਂਜੀ, ਦਤ ਕਹੇ ਕਛ ਕਾਜ ਨਹੀਂ ਜਗ, ਬੋਲਣ ਕੋ ਨਹਿ ਮੋਹਿ ਸੁਪਾਊ। ਫਿਰ ਦੱਤਾਤਰੇ ਬੋਲ ਪਿਆ, ਪਰ ਬੋਲਿਆ ਲੰਮਾ ਪਿਆ ਪਿਆ, ਲੇਟਿਆ ਲੇਟੇ ਹੀ ਬੋਲ ਪਿਆ। ਬਾਬੇ ਨਾਨਕ ਨੇ ਬੁਲਾਇਆ ਤੇ ਬੋਲ ਪਿਆ। ਕੀ ਕਹਿੰਦਾ ਹੈ? ਦਤ ਕਹੇ ਕਛ ਕਾਜ ਨਾ ਜਗ। ਕਹਿੰਦਾ ਜੀ ਮੈਨੂੰ ਕੰਮ ਹੀ ਕੋਈ ਨਹੀਂ ਹੈਗਾ। ਉੱਠਣਾ ਕਾਹਦੇ ਲਈ ਹੈ? ਬੋਲਣਾ ਕਾਹਦੇ ਲਈ ਹੈ? ਵੇਖਣਾ ਕਾਹਦੇ ਲਈ ਹੈ? ਸੁਣਨਾ ਕਾਹਦੇ ਲਈ ਹੈ? ਮੈਨੂੰ ਕੰਮ ਹੀ ਕੋਈ ਨਹੀਂ ਹੈਗਾ। ਬੋਲਣ ਕੋ ਨਾ ਮੋਹੇ ਸੁਭਾਅ, ਨਹੀਂ ਮੇਰੇ ਸੁਭਾਅ ਵਿੱਚ ਨਹੀਂ ਹੈ। ਹਾਂਜੀ, ਆਸ ਕਸ਼ੋਰ ਨਿਰਾਸ ਪਇਓ, ਮਨ ਕੀਨ ਸਦਾ ਥਿਰ ਨਾਹੇ ਡੁਲਾਊ। ਮਨ ਵਿੱਚ ਆਸ ਕੋਈ ਨਹੀਂ ਹੈ, ਇਸ ਕਰਕੇ ਮੈਂ ਨਿਰਾਸ਼ ਹਾਂ। ਕੋਈ ਆਸ ਰੱਖੀ ਨਹੀਂ ਮਨ ਵਿੱਚ, ਇਸ ਕਰਕੇ ਮੇਰਾ ਚਿੱਤ ਡੋਲਦਾ ਹੀ ਨਹੀਂ ਹੈ। ਮੈਂ ਚਾਹੁੰਦਾ ਹੀ ਨਹੀਂ ਮੈਂ ਉਹ ਵੇਖਣ ਜਾਵਾਂ, ਮੈਂ ਖਾਣ ਜਾਵਾਂ, ਮੈਂ ਚੀਜ਼ ਲੈਣ ਜਾਵਾਂ। ਕਹਿੰਦੇ ਮੈਂ ਆਸਾਂ ਛੱਡ ਦਿੱਤੀਆਂ ਨੇ। ਹਾਂਜੀ, ਪੂਰਨ ਭੀ ਕਰੁਣਾ ਹਮ ਪਏ, ਔਰ ਬੀਚ ਫਸਿਓ ਤਹਿ ਸੋ ਲਿਵ ਲਾਊ। ਉਸ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ, ਉਹ ਮੇਰੇ ਅੰਦਰ ਵਸ ਗਿਆ ਹੈ ਤੇ ਮੈਂ ਅੰਦਰ ਹੀ ਅੰਦਰ ਉਹਦੇ ਨਾਲ ਲਿਵ ਲਾ ਲਈ, ਉਹਦੇ ਨਾਲ ਪਿਆਰ ਬਣਾ ਲਿਆ। ਹਾਂਜੀ, ਰੋਮਹਿ ਰੋਮ ਰਚਿਓ ਸੋ ਭਲੀ ਬਿਦ, ਕਿਉ ਰਸਨਾ ਅਬ ਬੈਣ ਉਲਾਊ। ਤੇ ਜੇ ਉਹ ਪ੍ਰਮਾਤਮਾ ਰੋਮ ਰੋਮ ਵਿੱਚ ਵਸ ਗਿਆ ਤੇ ਮੈਨੂੰ ਬੋਲਣ ਦੀ ਕੀ ਲੋੜ ਹੈ? ਮੈਂ ਕਿਉਂ ਬੋਲਾਂ? ਬੋਲਿਆ ਹੈ, ਪਰ ਉਹਨੇ ਇਹ ਜਵਾਬ ਦਿੱਤਾ ਵੀ ਮੈਨੂੰ ਲੋੜ ਨਹੀਂ ਹੈ, ਮੈਨੂੰ ਇੱਛਾ ਨਹੀਂ ਹੈ, ਮੇਰੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਹੈ। ਸਮਾਂ ਸਮਾਪਤ ਹੈ। ਸਤਿਗੁਰ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀ ਹੈ। ਸਤਿਗੁਰੂ ਪਿਤਾ ਮਹਾਰਾਜ ਨੇ ਫਿਰ ਉਸ ਨੂੰ ਉਠਾਇਆ, ਉਹਦੇ ਨਾਲ ਬਚਨ ਬਲਾਸ ਕੀਤੇ। ਫਿਰ ਸਤਿਗੁਰੂ ਉਸ ਤੋਂ ਅੱਗੇ ਚੱਲਣਗੇ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।